स्क्रीन नजर आ रही है बेटे? यस सर। यस सर। ठीक है बेटे। लो बेटे, लास्ट टाइम ਅਸੀਂ ਕੀਤਾ ਸੀ बेटे ट्रायंगल द लॉ ऑफ वेक्टर एडिशन। ट्रायंगल द लॉ ऑफ वेक्टर एडिशन ਕੀ ਕਹਿੰਦਾ ਸੀ बेटे ਆਪਣੇ ਕੋਲੇ? If two vectors are acting along the two simultaneous sides of a triangle taken in order, then the resultant is represented by the third side of the triangle taken in out of order। ठीक है जी, ਜੇ ਆਪਣੇ ਕੋਲ ਦੋ ਵੈਕਟਰ ਹੈ, ਇੱਕ ਵੈਕਟਰ A ਹੈ, ਇੱਕ ਵੈਕਟਰ ਆਪਣੇ ਕੋਲ ਕੀ ਹੈ B, they are acting along the two simultaneous sides of a triangle। ਕੋਈ ਟ੍ਰਾਇੰਗਲ ਦੀਆਂ ਦੋ ਲਗਾਤਾਰ ਸਾਈਡਸ ਵੱਲ ਐਕਟ ਕਰ ਰਹੇ ਆ, ਠੀਕ ਹੈ ਜੀ। then the resultant is represented by the third side of the triangle taken in out of order ਜਾਂ opposite order। ਇਹ R ਵੈਕਟਰ ਹੈ ਜਿਹੜਾ ਉਹ ਕਿੰਦੇ ਬਰਾਬਰ ਹੋਊਗਾ ਆਪਣੇ ਕੋਲੇ A ਵੈਕਟਰ ਪਲੱਸ B ਵੈਕਟਰ। ਇਹ ਸੀ ਆਪਣੇ ਕੋਲ ਟ੍ਰਾਇੰਗਲਸ ਲਾ। ਇਨ ਆਰਡਰ ਤੇ ਆਊਟ ਆਫ ਆਰਡਰ ਦੇ ਵਿੱਚ ਆਪਾਂ ਕਿਹਾ ਸੀਗਾ ਵੀ ਜੇਕਰ ਆਪਣੇ ਕੋਲ ਇੱਕ ਵੈਕਟਰ ਹੈ, ਜੋ ਉਸ ਵੈਕਟਰ ਦਾ ਹੈਡ ਹੈ ਜਿਹੜਾ ਉਹ ਆਪਣੇ ਕੋਲ ਕਿੰਦੇ ਨਾਲ ਕੋਇਨਸਾਈਡ ਕਰ ਰਿਹਾ ਟੇਲ ਨਾਲ, ਤਾਂ ਆਪਾਂ ਕਹਾਂਗੇ ਕਿਸ ਤਰ੍ਹਾਂ ਦੇ ਵੈਕਟਰਸ ਇਨ ਆਰਡਰ। ਠੀਕ ਹੈ ਜੀ, ਜੇ ਹੈਡ ਨਾਲ ਕੋਇਨਸਾਈਡ ਕਰ ਰਿਹਾ ਇਸ ਤਰ੍ਹਾਂ ਨਾਲ ਕੋਈ ਸਿਚੁਏਸ਼ਨ ਹੈ ਤਾਂ ਆਪਾਂ ਕਹਾਂਗੇ ਉਹ ਕਿਸ ਤਰ੍ਹਾਂ ਦੇ ਵੈਕਟਰ ਹੈ ਆਊਟ ਆਫ ਆਰਡਰ। ਐਂਗਲ ਹਮੇਸ਼ਾ ਕਿਵੇਂ ਬਣਦਾ ਬੇਟੇ, ਯਾਦ ਰੱਖਣਾ ਟੇਲ ਟੂ ਟੇਲ। ਐਂਗਲ ਬਿਟਵੀਨ ਟੂ ਵੈਕਟਰਸ ਕਿਵੇਂ ਬਣੂਗਾ ਬੇਟੇ, ਟੇਲ ਟੂ ਟੇਲ। ਇਹ ਬੇਸਿਕ ਜਿਹੇ ਪੁਆਇੰਟ ਸੀਗੇ ਜਿਹੜੇ ਆਪਾਂ ਡਿਸਕਸ ਕੀਤੇ ਸੀ। ਆਰ ਦੀ ਵੈਲਿਊ ਆਪਾਂ ਕਿਹਾ ਸੀਗਾ ਮੈਗਨੀਟਿਊਡ ਦੇ ਵਿੱਚ ਆਪਣੇ ਕੋਲ ਕੀ ਆਈ ਸੀ ਬੇਟੇ, a ਸਕੁਅਰ ਪਲੱਸ b ਸਕੁਅਰ ਪਲੱਸ 2ab cos ਥੀਟਾ। ਠੀਕ ਹੈ, ਜਿਹੜੀ ਦੀ ਡਾਇਰੈਕਸ਼ਨ ਹੈ ਉਹ ਕਿਨੇ ਰਿਪਰੈਜ਼ੈਂਟ ਕੀਤੀ ਸੀ tan ਥੀਟਾ। ਇਕੁਏਸ਼ਨ ਆਈ ਸੀ b sin ਥੀਟਾ ਓਵਰ a ਪਲੱਸ b cos ਥੀਟਾ, ਇਹ ਆਈ ਸੀ। ਤਿੰਨ ਕੇਸ ਆਪਾਂ ਡਿਸਕਸ ਕੀਤੇ ਸੀ। ਸਪੈਸ਼ਲ ਕੇਸ ਦੇ ਵਿੱਚ ਬੇਟੇ if both the vectors are acting in the same direction ਤਾਂ ਥੀਟਾ ਕਿੰਦੇ ਬਰਾਬਰ ਹੋਊਗਾ 0 ਡਿਗਰੀ। ਠੀਕ ਹੈ ਜੀ, ਇੱਥੇ ਆਪਾਂ ਵੈਲਿਊ ਪੁੱਟ ਕੀਤੀਆਂ ਸੀਗੀਆਂ। cos 0 ਦੀ ਵੈਲਿਊ 1 ਤੇ r ਦੀ ਵੈਲਿਊ ਆਪਣੇ ਕੋਲ ਕੀ ਆ ਗਈ ਸੀ a ਪਲੱਸ b। ਜੇ both the vector are in the same direction ਤਾਂ ਆਪਾਂ ਕਿਹਾ ਸੀ ਉਹ ਕੀ ਹੋ ਜਾਣਗੇ ਐਡ। ਸੈਕੰਡ ਕੇਸ ਆਪਾਂ ਕੀਤਾ ਸੀਗਾ 180 ਡਿਗਰੀ ਥੀਟਾ ਦਾ, ਜਦੋਂ ਵੈਕਟਰ ਕਿਸ ਤਰ੍ਹਾਂ ਨਾਲ ਐਕਟ ਕਰ ਰਹੇ ਹੈ ਐਂਟੀ ਪੈਰਲਲ in the opposite direction, ਤਾਂ ਥੀਟਾ ਆਪਣੇ ਕੋਲ ਕੀ ਹੋਊਗਾ 180 ਡਿਗਰੀ। cos 180 ਡਿਗਰੀ ਦੀ ਵੈਲਿਊ ਕਿੰਨੀ ਹੁੰਦੀ ਹੈ ਬੇਟੇ -1। ਉਹ ਤੋਂ ਸਾਡੇ ਕੋਲ r ਦੀ ਵੈਲਿਊ ਕੀ ਆਈ ਸੀ a ਮਾਈਨਸ b। ਥਰਡ ਕੇਸ ਕੀਤਾ ਸੀ ਜਦੋਂ ਥੀਟਾ ਹੋਊਗਾ 90 ਡਿਗਰੀ ਦੇ ਵਿੱਚ, ਉਸ ਕੇਸ ਚ r ਦੀ ਵੈਲਿਊ ਆਈ ਸੀ ਮੈਗਨੀਟਿਊਡ ਆਫ ਦੀ ਸਕੁਅਰ ਦਾ ਮੈਗਨੀਟਿਊਡ a ਪਲੱਸ b ਦਾ। ਇਹ ਹੈ ਜਿਹੜਾ ਟ੍ਰਾਇੰਗਲ ਦੇ ਲਾ ਦੇ ਵਿੱਚ ਅਸੀਂ ਜਿਹੜਾ ਡਿਸਕਸ ਕਰ ਲਿਆ ਸੀਗਾ। ਇਹਦੇ ਵਿੱਚ ਕੋਈ ਡਾਊਟ ਹੈ ਤਾਂ ਬੇਟੇ ਦੱਸੋ। ਕਲੀਅਰ ਹੈ ਬੇਟੇ ਸਾਰੇ ਕੇਸਿਸ? यस सर। ठीक है बेटे, तो ਅੱਜ ਆਪਾਂ ਸ਼ੁਰੂ ਕਰਦੇ ਹਾਂ ਪੈਰਲੋਗ੍ਰਾਮ ਲਾ ਆਫ ਵੈਕਟਰ ਐਡੀਸ਼ਨ। ਕੱਲ ਅਸੀਂ ਕੀਤਾ ਸੀ ਟ੍ਰਾਇੰਗਲ ਦਾ ਲਾ ਆਫ ਵੈਕਟਰ ਐਡੀਸ਼ਨ, ਅੱਜ ਆਪਾਂ ਕਰਦੇ ਹਾਂ ਪੈਰਲੋਗ੍ਰਾਮ ਲਾ ਆਫ ਵੈਕਟਰ ਐਡੀਸ਼ਨ। ਦੇਖੋ ਬੇਟੇ ਉਸ ਸਿਚੁਏਸ਼ਨ ਤੇ ਇਸ ਚ ਕੀ ਫਰਕ ਹੈ। ਉੱਥੇ ਆਪਾਂ ਕਿਹਾ ਸੀ ਇਫ ਟੂ ਵੈਕਟਰਸ ਆਰ ਐਕਟਿੰਗ ਅਲੋਂਗ ਦੀ ਟੂ ਸਾਈਡਸ ਆਫ ਅ ਟ੍ਰਾਇੰਗਲ ਟੇਕਨ ਇਨ ਆਰਡਰ। ਠੀਕ ਹੈ ਜੀ, ਇੱਥੇ ਆਪਣੇ ਕੋਲ ਕੀ ਹੈ ਇਫ ਟੂ ਵੈਕਟਰਸ ਆਰ ਐਕਟਿੰਗ ਐਟ ਅ ਪੁਆਇੰਟ। ਠੀਕ ਹੈ ਜੀ, ਸਾਈਮਲਟੇਨੀਅਸਲੀ ਇੱਕੋ ਪੁਆਇੰਟ ਦੇ ਉੱਪਰ ਜੇਕਰ ਦੋ ਵੈਕਟਰ ਆਪਣੇ ਕੋਲ ਐਕਟ ਕਰ ਰਹੇ ਆ ਇਸ ਤਰ੍ਹਾਂ ਨਾਲ, ਦੋ ਵੈਕਟਰ ਹੈ ਆਪਣੇ ਕੋਲੇ a ਵੈਕਟਰ ਐਂਡ b ਵੈਕਟਰ, ਕਿਸ ਤਰ੍ਹਾਂ ਨਾਲ ਐਕਟ ਕਰ ਰਹੇ ਆ, both are acting at same point। ਠੀਕ ਹੈ ਜੀ, ਐਟ ਸੇਮ ਟਾਈਮ ਇੱਕੋ ਸਮੇਂ ਤੇ ਦੋ ਵੈਕਟਰ ਕਿੱਥੇ ਐਕਟ ਕਰ ਰਹੇ ਆ, ਇੱਕੋ ਪੁਆਇੰਟ ਦੇ ਉੱਪਰ ਐਕਟ ਕਰ ਰਹੇ ਆ, ਤਾਂ ਅਸੀਂ ਉਹਨਾਂ ਦਾ ਰਿਜ਼ਲਟੈਂਟ ਕਿਸ ਤਰ੍ਹਾਂ ਨਾਲ ਕਾਊਂਟ ਕਰਾਂਗੇ ਬਾਈ ਯੂਜ਼ਿੰਗ ਪੈਰਲੋਗ੍ਰਾਮ ਲਾ। ਬੇਸਿਕ ਡਿਫਰੈਂਸ ਕਲੀਅਰ ਹੋਇਆ ਬੇਟੇ ਕਿ ਨਹੀਂ? ਇਹ ਬਣ ਉਹ ਵੀ ਜਾਊਗਾ ਟ੍ਰਾਇੰਗਲ ਦੇ ਲਾ ਦੀ ਫਾਰਮ ਹੀ ਬਣ ਜਾਏਗੀ ਇਹ ਵੀ,
बट इनकी डेफिनेशन ਦੇ ਵਿੱਚ ਫਰਕ ਹੈ। ਉੱਥੇ ਟੂ ਵੈਕਟਰ ਕਿਵੇਂ ਐਕਟ ਕਰਦੇ ਸੀ ਅਲੋਂਗ ਦੀ ਟੂ ਸਾਈਮਲਟੇਨੀਅਸ ਸਾਈਡਸ। ਰਿਜ਼ਲਟੈਂਟ ਕੌਣ ਰਿਪਰੈਜ਼ੈਂਟ ਕਰਦਾ ਸੀ? ਥਰਡ ਸਾਈਡ ਕਲੋਜ਼ਿੰਗ। ਇਹਦੇ ਵਿੱਚ ਕੀ ਹੈ, ਦੋ ਵੈਕਟਰ ਕਿਸ ਤਰ੍ਹਾਂ ਨਾਲ ਐਕਟ ਕਰ ਰਹੇ, ਇੱਕੋ ਪੁਆਇੰਟ ਦੇ ਉੱਪਰ ਇੱਕੋ ਸਮੇਂ ਦੇ। ਠੀਕ ਹੈ ਜੀ, ਦੇਖੋ if two vectors are acting along the two sides of a triangle, two vectors are acting at a point, मान लो आ सिचुएशन है, डायग्राम बनाने। एक वैक्टर अपने को बेटे ए वैक्टर, एक अपने को की है बेटे बी वैक्टर, एक्टिंग एट ए पॉइंट मान लो ओ, लेट थीटा इज द एंगल बिटवीन ए वैक्टर एंड बी वैक्टर। ठीक है जी, देन द रिजल्टेंट इज रिप्रेजेंटेड बाय द डायगोनल ऑफ द पैरेललोग्राम पासिंग थ्रू देयर पॉइंट ऑफ इंटरसेक्शन इफ वी कंप्लीट द पैरेललोग्राम। ਕਹਿੰਦਾ ਹੈ ਵੀ ਜਿਹੜਾ ਇਹਨਾਂ ਦੋਵਾਂ ਦਾ ਰਿਜ਼ਲਟੈਂਟ ਹੈ ਉਹ ਕੌਣ ਰਿਪਰੈਜ਼ੈਂਟ ਕਰੂਗਾ? ਉਹ ਰਿਪਰੈਜ਼ੈਂਟ ਆਪਣੇ ਕੋਲ ਕਰੋਗੇ ਪੈਰਲੋਗ੍ਰਾਮ ਦਾ ਡਾਇਗਨਲ। ਡਾਇਗਨਲ ਦਾ ਮਤਲਬ ਆਪਾਂ ਕਲੀਅਰ ਕਰਦੇ ਹਾਂ, ਇਫ ਵੀ ਕੰਪਲੀਟ ਦੀ ਪੈਰਲੋਗ੍ਰਾਮ। ਕਹਿੰਦਾ ਮਤਲਬ ਆਹ ਵਾਲੀ ਜਿਹੜੀ ਥੱਲੇ ਵਾਲੀ ਸਾਈਡ ਹੈ ਇਹਦੇ ਪੈਰਲਲ ਅਸੀਂ ਇੱਕ ਸਾਈਡ ਡਰਾ ਕਰ ਲਈ। ਸਿਮਿਲਰਲੀ ਆ ਬੀ ਵੈਕਟਰ ਦੇ ਪੈਰਲਲ ਅਸੀਂ ਇੱਕ ਸਾਈਡ ਡਰਾ ਕਰ ਲਈ। ਤਾਂ ਆਪਣੇ ਕੋਲ ਕੀ ਹੈ ਬੇਟੇ, ਇੱਕ ਪੈਰਲੋਗ੍ਰਾਮ ਕੰਪਲੀਟ ਹੋ ਗਈ। ਇਸ ਪੈਰਲੋਗ੍ਰਾਮ ਦੇ ਆਪਣੇ ਕੋਲ ਕੀ ਹੈ, ਦੋ ਵੈਕਟਰ। ਇਹਦਾ ਵੈਕਟਰ ਕਹੀਏ ਨਾ, ਡਾਇਗਨਲ ਦੋ ਹੈ ਇਸ ਦੇ। ਠੀਕ ਹੈ ਜੀ, ਕਿਹੜੇ ਕਿਹੜੇ ਡਾਇਗਨਲ ਹੈ? ਆਹ ਵਾਲੇ ਦੋ ਡਾਇਗਨਲ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ ਡਾਇਗਰਾਮ? ਹਾਂਜੀ ਬੇਟੇ, ਦੋ ਵੈਕਟਰ ਐਕਟ ਕਰ ਰਹੇ ਹੈ। ਹਾਂਜੀ ਮੈਂ ਕਲੀਅਰ ਕਰਦਾ। ਦੋ ਵੈਕਟਰ ਐਕਟ ਕਰ ਰਹੇ ਹੈ, ਕਿਵੇਂ ਐਕਟ ਕਰ ਰਹੇ? ਐਟ ਏ ਪੁਆਇੰਟ, ਉਹ ਪੁਆਇੰਟ ਦੇ ਉੱਪਰ ਐਕਟ ਕਰ ਰਹੇ ਹੈ। ਇੱਕ ਵੈਕਟਰ ਦਾ ਨਾਂ ਏ ਹੈ, ਇੱਕ ਦਾ ਬੀ ਹੈ। ਉਹਨਾਂ ਦੇ ਵਿਚਕਾਰ ਐਂਗਲ ਕਿੰਨਾ ਬੇਟੇ? ਥੀਟਾ ਇਜ਼ ਦੀ ਐਂਗਲ ਬਿਟਵੀਨ ਦੀ ਟੂ ਵੈਕਟਰਸ। ਠੀਕ ਹੈ ਜੀ, ਦੈਨ ਵਟ ਵਿਲ ਬੀ ਦੀ ਰਿਜ਼ਲਟੈਂਟ ਆਫ ਦੀ ਏ ਵੈਕਟਰ ਐਂਡ ਬੀ ਵੈਕਟਰ। ਆਰ ਜਿਹੜਾ ਰਿਜ਼ਲਟੈਂਟ ਹੈ, ਜਿਵੇਂ ਅਸੀਂ ਲਾਸਟ ਟਾਈਮ ਕੈਲਕੂਲੇਟ ਕੀਤਾ, ਜਿਹੜਾ ਨੈਟ ਇਫੈਕਟ ਹੈ ਦੋਵੇਂ ਵੈਕਟਰ ਦਾ, ਉਹ ਕੌਣ ਰਿਪਰੈਜ਼ੈਂਟ ਕਰੂਗਾ? ਉਹ ਕਹਿੰਦੇ ਆਪਣੇ ਕੋਲ ਰਿਪਰੈਜ਼ੈਂਟ ਕਰੂਗਾ ਡਾਇਗਨਲ। ਕਿਹੜਾ ਡਾਇਗਨਲ? ਜਿਹੜਾ ਦੋਵਾਂ ਦੇ ਪੁਆਇੰਟ ਆਫ ਇੰਟਰਸੈਕਸ਼ਨ ਚੋਂ ਪਾਸ ਕਰ ਰਿਹਾ। ਦੇਖੋ ਬੇਟੇ ਆਹ ਵੈਕਟਰ ਹੈ ਇੱਕ ਆਹ ਵੈਕਟਰ ਹੈ, ਦੋਵਾਂ ਦਾ ਜਿੱਥੇ ਦੋਵੇਂ ਕੱਟ ਕਰ ਰਹੇ ਉਹਨੂੰ ਕਹਿੰਦੇ ਪੁਆਇੰਟ ਆਫ ਇੰਟਰਸੈਕਸ਼ਨ। ਡਾਇਗਨਲ ਦੋਵੇਂ ਹੈ, ਇੱਕ ਡਾਇਗਨਲ ਆ ਹੈ, ਬਟ ਇਹ ਡਾਇਗਨਲ ਕੀ ਹੈ, ਪੁਆਇੰਟ ਆਫ ਇੰਟਰਸੈਕਸ਼ਨ ਦੇ ਵਿੱਚੋਂ ਪਾਸ ਨਹੀਂ ਕਰ ਰਿਹਾ। ਕਿਹੜਾ ਡਾਇਗਨਲ ਹੈ ਜਿਹੜਾ ਦੋਵਾਂ ਦੇ ਪੁਆਇੰਟ ਆਫ ਇੰਟਰਸੈਕਸ਼ਨ ਚੋਂ ਪਾਸ ਕਰ ਰਿਹਾ? ਹਾਂਜੀ ਬੇਟੇ, ਇਹਨੂੰ O ਕਹਤਾ, ਇਹਨੂੰ ਮੈਂ ਕਹਦਾ ਮੰਨ ਲਓ M, ਆਪਾਂ ਕਹਦੀ N ਤੇ ਇਹਨੂੰ ਆਪਾਂ ਕਹਦੀ K। ਦੋ ਡਾਇਗਨਲ ਹੈ ਬੇਟੇ ਆਪਣੇ ਕੋਲ, ਕਿਹੜੇ ਕਿਹੜੇ? MK, ਸੈਕੰਡ ਆਪਣੇ ਕੋਲ ਕੀ ਹੈ ON। ਕਿਹੜਾ ਡਾਇਗਨਲ ਹੈ ਜਿਹੜਾ ਪੁਆਇੰਟ ਆਫ ਇੰਟਰਸੈਕਸ਼ਨ ਆਫ ਬੋਥ ਦੀ ਵੈਕਟਰ ਚੋਂ ਪਾਸ ਕਰ ਰਿਹਾ? ਹਾਂਜੀ ਬੇਟੇ। ਸਰ MK ਨਹੀਂ ਬੇਟੇ, ਦੋ ਵੈਕਟਰ ਕਿਹੜੇ ਆ ਜਿਹੜੇ ਅਸੀਂ ਲਏ ਆ? ਇੱਕ ਆਹ ਵਾਲਾ ਵੈਕਟਰ ਹੈ, ਆਹ ਦੇਖੋ ਸਰ ON। ਹਾਂਜੀ ON ਨਹੀਂ ਸਮਝ ਲੱਗੀ? ਦੋ ਡਾਇਗਨਲ ਹੈ ਆਪਣੇ ਕੋਲ, ਕਿਹੜੇ ਕਿਹੜੇ? MK ਤੇ ON। ਬਟ ਉਹਨਾਂ ਦੋਵਾਂ ਵੈਕਟਰ ਦੇ ਪੁਆਇੰਟ ਆਫ ਇੰਟਰਸੈਕਸ਼ਨ ਚੋਂ ਕਿਹੜਾ ਪਾਸ ਕਰ ਰਿਹਾ? ON। ਤੇ ਪੈਰਲੋਗ੍ਰਾਮ ਲਾ ਕੇ ਕਹਿੰਦਾ ਵੀ ਉਹੀ ਵੈਕਟਰ ਜਿਹੜਾ ਦੋਵਾਂ ਦੇ ਪੁਆਇੰਟ ਆਫ ਇੰਟਰਸੈਕਸ਼ਨ ਚੋਂ ਪਾਸ ਕਰ ਰਿਹਾ, ਉਹ ਦੋਵਾਂ ਦਾ ਕੀ ਰਿਪਰੈਜ਼ੈਂਟ ਕਰੂਗਾ? ਰਿਜ਼ਲਟੈਂਟ। ਡੈਫੀਨੇਸ਼ਨ ਕਲੀਅਰ ਹੋਈ ਕਿ ਨਹੀਂ ਹੋਈ? यस ਦੋ ਵੈਕਟਰ ਹੋ ਗਈ ਸਰ, ਹੋ ਗਈ। ਇੱਕੋ ਪੁਆਇੰਟ ਤੇ ਐਕਟ ਕਰ ਰਹੇ ਹੈ। ਠੀਕ ਹੈ ਜੀ, ਦੋ ਵੈਕਟਰ ਇੱਕੋ ਟਾਈਮ ਦੇ ਉੱਪਰ ਇੱਕੋ ਪੁਆਇੰਟ ਦੇ ਉੱਪਰ ਐਕਟ ਕਰ ਰਹੇ ਹੈ, ਤਾਂ ਉਹਨਾਂ ਦੋਵਾਂ ਵੈਕਟਰ ਦਾ ਰਿਜ਼ਲਟੈਂਟ ਦਾ ਮਤਲਬ ਨੈਟ ਇਫੈਕਟ ਜਿਹੜਾ ਉਸ ਪੁਆਇੰਟ ਦੇ ਉੱਪਰ ਪੈ ਰਿਹਾ, ਉਹ ਕੌਣ ਰਿਪਰੈਜ਼ੈਂਟ ਕਰੂਗਾ? ਉਹ ਕਹਿੰਦੇ ਡਾਇਗਨਲ ਰਿਪਰੈਜ਼ੈਂਟ ਕਰੂਗਾ। ਕਿਹੜਾ ਡਾਇਗਨਲ? ਜਿਹੜਾ ਦੋਵਾਂ ਦੇ ਪੁਆਇੰਟ ਆਫ ਇੰਟਰਸੈਕਸ਼ਨ ਚ ਪਾਸ ਕਰ ਰਿਹਾ। ਜੇਕਰ ਅਸੀਂ ਇਸ ਵੈਕਟਰ ਤੋਂ ਕੀ ਕੰਪਲੀਟ ਕਰ ਲਈਏ? ਪੈਰਲੋਗ੍ਰਾਮ। ਠੀਕ ਹੈ ਜੀ, ਕਲੀਅਰ ਹੋਇਆ ਕਿ ਨਹੀਂ ਹੋਇਆ? ਹੋ ਗਿਆ ਸਰ। ਹਾਂਜੀ ਬੇਟੇ, ਡੈਫੀਨੇਸ਼ਨ ਕਲੀਅਰ ਹੋਈ ਕਿ ਨਹੀਂ? ਪੈਰਲੋਗ੍ਰਾਮ ਲਾ ਦੀ होगी ਹੋ ਗਈ सर। ਸਰ। ਹਾਂਜੀ ਲਓ ਫਿਰ ਹੁਣ ਸੁਣੋ। if the two vectors are acting at a point simultaneously, then the resultant is represented by the diagonal passing through their point of intersection if we complete the parallelogram. Clear? ਲਓ ਫਿਗਰ ਦੇ ਵਿੱਚ ਦੇਖੋ,
ਨਜ਼ਰ ਆ ਰਹੀ ਬੇਟੇ ਫਿਗਰ? आ रही है सर। ਫਿਗਰ ਦੇ ਵਿੱਚ ਆਪਣੇ ਕੋਲ ਕੀ ਹੈ ਬੇਟੇ, ਦੋ ਵੈਕਟਰ ਹੈ, ਇੱਕ A ਵੈਕਟਰ ਹੈ, ਇੱਕ B ਵੈਕਟਰ ਹੈ। ਦੋਵਾਂ ਦੇ ਵਿਚਕਾਰ ਐਂਗਲ ਕਿੰਨਾ ਆਪਣੇ ਕੋਲੇ? ਦਿਸ ਇਜ਼ ਦੀ ਐਂਗਲ ਥੀਟਾ। ਬੋਥ ਆਰ ਐਕਟਿੰਗ ਐਟ ਅ ਪੁਆਇੰਟ Q। ਤਾਂ ਇਹਨਾਂ ਦਾ ਰਿਜ਼ਲਟੈਂਟ ਕੌਣ ਰਿਪਰੈਜ਼ੈਂਟ ਕਰ ਰਿਹਾ? ਡਾਇਗਨਲ ਪਾਸਿੰਗ ਥਰੂ देयर ਪੁਆਇੰਟ ਆਫ ਇੰਟਰਸੈਕਸ਼ਨ। ਠੀਕ ਹੈ ਜੀ, ਉਹ ਹੋਊਗਾ ਮੈਨੂੰ ਲੱਗਦਾ Q ਉੱਪਰ ਵੀ ਪੁਆਇੰਟ ਦਿੱਤਾ। ਇਹ ਡਾਇਗਨਲ ਹੈ ਜਿਹੜਾ, ਇਹ ਕਿੱਥੋਂ ਪਾਸ ਕਰ ਰਿਹਾ? देयर ਪੁਆਇੰਟ ਆਫ ਇੰਟਰਸੈਕਸ਼ਨ ਚ। ਇਫ ਵੀ ਕੰਪਲੀਟ ਦੀ ਪੈਰਲੋਗ੍ਰਾਮ। ਪੈਰਲੋਗ੍ਰਾਮ ਕਿਵੇਂ ਕੰਪਲੀਟ ਕਰਨੀ? A ਦੇ ਪੈਰਲਰ ਇੱਥੇ ਇੱਕ ਲਾਈਨ ਡਰਾ ਕਰ ਲਓ, ਇਹ ਵੀ A ਵੈਕਟਰ ਹੋਊਗਾ, ਲੋਡ ਪੈਣ ਤੇ ਅਸੀਂ ਯੂਜ਼ ਕਰ ਸਕਦੇ ਹਾਂ। B ਦੇ ਪੈਰਲਰ ਇੱਕ ਲਾਈਨ ਡਰਾ ਕਰ ਲਓ, ਇਹ ਵੀ ਆਪਣੇ ਕੋਲ ਕੀ ਹੋਊਗਾ? B ਵੈਕਟਰ ਹੋਊਗਾ, ਵਿਚ ਕੈਨ ਬੀ ਯੂਜ਼ਡ। ਠੀਕ ਹੈ ਜੀ। ਦਿਸ ਰਿਜ਼ਲਟੈਂਟ ਇਜ਼ ਮੇਕਿੰਗ ਐਨ ਐਂਗਲ। ਜਿਵੇਂ ਨੇ ਫਾਈ ਲਿਆ, ਆਪਾਂ ਲਾਸਟ ਟਾਈਮ ਬੀਟਾ ਲਿਆ, ਤੁਸੀਂ ਬੀਟਾ ਲੈਣਾ ਤਾਂ ਤੁਸੀਂ ਬੀਟਾ ਲੈ। ਆਪਾਂ ਨੂੰ ਡਾਇਰੈਕਸ਼ਨ ਵੀ ਕੈਲਕੂਲੇਟ ਕਰਨੀ ਪਊ ਨਾ। ਇਹਦਾ ਮਤਲਬ ਆਰ ਵੈਕਟਰ ਕਹਿੰਦੇ ਬਰਾਬਰ ਹੋਊਗਾ A ਵੈਕਟਰ ਪਲੱਸ B। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? हो गया सर। ਠੀਕ ਹੈ। ਉਸ ਤੋਂ ਬਾਅਦ ਤਾਂ ਆਪਣੇ ਕੋਲ ਕੀ ਹੈ? ਵੀ ਵਾਂਟ ਟੂ ਕੈਲਕੂਲੇਟ ਦੀ ਵੈਲਿਊ ਆਫ ਆਰ ਵੈਕਟਰ। ਆਰ ਵੈਕਟਰ ਕੀ ਹੈ? ਆਪਣੇ ਕੋਲ ਮੈਗਨੀਟਿਊਡ ਪਲੱਸ ਡਾਇਰੈਕਸ਼ਨ ਆਫ ਰਿਜ਼ਲਟੈਂਟ। ਮੈਗਨੀਟਿਊਡ ਐਂਡ ਡਾਇਰੈਕਸ਼ਨ ਆਫ ਰਿਜ਼ਲਟੈਂਟ ਹੈ ਜਿਹੜੀ ਉਸ ਕੈਲਕੂਲੇਟ ਕਰਨੀ ਹੈ। ਉਹਦੇ ਵਾਸਤੇ ਆਪਾਂ ਕੀ ਕਰਨਾ? ਇੱਕ ਕੰਸਟਰਕਸ਼ਨ ਕਰਨੀ ਹੈ। ਕੀ ਕੰਸਟਰਕਸ਼ਨ ਕਰਨੀ ਹੈ ਬੇਟੇ? ਜਿਵੇਂ ਲਾਸਟ ਟਾਈਮ ਆਪਾਂ ਨੂੰ ਪਤਾ ਹੈ ਵੀ ਅਸੀਂ ਸਾਈਨ ਥੀਟਾ ਕਾਸ ਥੀਟਾ ਜੇ ਕੈਲਕੂਲੇਟ ਕਰਨਾ ਹੈ ਤਾਂ ਉਹ ਕਿਹਦੇ ਵਿੱਚ ਹੁੰਦੀ ਹੈ? ਟ੍ਰਿਗਨੋਮੈਟਰੀ ਰਾਈਟ ਐਂਗਲ ਟ੍ਰਾਇੰਗਲ। ਠੀਕ ਹੈ ਬੇਟੇ। ਰਾਈਟ ਐਂਗਲ ਟ੍ਰਾਇੰਗਲ ਸਾਨੂੰ ਲਾਸਟ ਟਾਈਮ ਵੀ ਅਸੀਂ ਟ੍ਰਾਇੰਗਲ ਦੇ ਲਾ ਨੂੰ ਸੋਲਵ ਕਰਨ ਵਾਸਤੇ ਕੀ ਕੀਤਾ ਸੀਗਾ? ਇੱਕ ਪਰਪੈਂਡੀਕੂਲਰ ਡਰਾ ਕੀਤਾ ਸੀਗਾ। ਸਿਮਿਲਰਲੀ ਇਸ ਦੀ ਕੇਸ ਹੇਅਰ। ਇੱਥੋਂ ਅਸੀਂ ਕੀ ਕਰ ਲਿਆ? ਇੱਕ ਡਾਇਗਨਲ ਹੈ ਜਿਹੜਾ ਉਹ ਡ੍ਰੌਪ ਕਰਤਾ, ਡਾਇਗਨਲ ਵੀ ਪਰਪੈਂਡੀਕੂਲਰ ਡ੍ਰੌਪ ਕਰਤਾ ਔਨ ਦੀ A ਵੈਕਟਰ ਐਕਸਟੈਂਡਡ। A ਵੈਕਟਰ ਨੂੰ ਜੇ ਅੱਗੇ ਵਧਾ ਦਈਏ। ਠੀਕ ਹੈ ਜੀ। ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? हो गया सर। ਉਸ ਤੋਂ ਬਾਅਦ ਅਸੀਂ ਕੀ ਕੀਤਾ? ਵੀ ਵਾਂਟ ਟੂ ਕੈਲਕੂਲੇਟ ਦੀ ਵੈਲਿਊ ਆਫ ਦੀ ਆਰ। ਅਸੀਂ ਆਰ ਦੀ ਵੈਲਿਊ ਕੈਲਕੂਲੇਟ ਕਰਨਾ ਚਾਹੁੰਦੇ ਸੀ। ਅਸੀਂ ਆ ਰਾਈਟ ਐਂਗਲ ਟ੍ਰਾਇੰਗਲ ਚਲੇ ਗਏ। ਆ ਜਿਹੜੀ ਸਾਰੀ ਆਪਣੇ ਕੋਲ ਆ ਰਾਈਟ ਐਂਗਲ ਟ੍ਰਾਇੰਗਲ। ਠੀਕ ਹੈ ਜੀ। ਇਹਦੀ ਡੈਰੀਵੇਸ਼ਨ ਲਾਸਟ ਟਾਈਮ ਵਾਂਗੂ ਜਮਾ ਬਿਲਕੁਲ ਸੇਮ ਹੋਏਗੀ। ਜਿਹੜਾ ਆ ਆਰ ਹੈ, ਆਰ ਦਾ ਸਕੁਅਰ ਹੈ ਜਿਹੜਾ ਪਾਈਥਾਗੋਰਸ ਥਿਊਰਮ ਆਪਾਂ ਲਾਈਏ, ਇਹਦੇ ਬਰਾਬਰ ਹੁੰਦੀ ਹਾਈਪੋਟੇਨਿਊਜ਼ ਦਾ ਸਕੁਅਰ ਇਕੁਅਲ ਟੂ ਬੇਸ ਦਾ ਸਕੁਅਰ ਪਲੱਸ ਪਰਪੈਂਡੀਕੂਲਰ ਦਾ ਸਕੁਅਰ। यस। ਬੇਸ ਦਾ ਸਕੁਅਰ ਆਪਾਂ ਕਰੀਏ ਤਾਂ ਆਪਣੇ ਕੋਲ ਕੀ ਬਣ ਗਿਆ? OP ਪਲੱਸ PM ਦਾ ਸਕੁਅਰ। ਆ ਸਾਰੀ ਸਾਈਡ ਆਹੀ ਬਣ ਗਈ ਨਾ ਬੇਟੇ ਵਾਲੀ, यस सर। ਪਲੱਸ ਪਰਪੈਂਡੀਕੂਲਰ ਦਾ ਸਕੁਅਰ। ਪਰਪੈਂਡੀਕੂਲਰ ਆਪਣੇ ਕੋਲ ਕੀ ਹੈ? MQ ਦਾ ਸਕੁਅਰ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਕਲੀਅਰ ਹੈ ਬੇਟੇ? क्लियर है सर। ਠੀਕ ਹੈ। ਇਹ ਆਪਣੇ ਕੋਲ ਡਾਇਗਰਾਮ ਬਣਿਆ ਹੋਇਆ। ਆਪਾਂ ਕੀ ਐਨਾਲਿਟੀਕਲ ਟ੍ਰੀਟਮੈਂਟ ਬਿਲਕੁਲ ਸੇਮ ਹੈ ਟ੍ਰਾਇੰਗਲ ਦੇ ਲਾ ਵਾਲਾ, ਤਾਂ ਕਰਕੇ ਇੱਥੇ ਸੋਲਵ ਨਹੀਂ ਕੀਤਾ ਗਿਆ। ਉਸੇ ਤਰ੍ਹਾਂ ਨਾਲ ਰਾਈਟ ਐਂਗਲ ਟ੍ਰਾਇੰਗਲ 'ਚ ਜਾ ਕੇ ਜਿਹੜਾ ਆਰ ਦਾ ਸਕੁਅਰ ਹੈ ਜਿਹੜਾ ਉਹ ਆਪਣੇ ਕੋਲ ਕੀ ਹੋ ਜਾਊਗਾ? ਦੋ ਟਰਮ ਦਾ A ਪਲੱਸ ਆਹ ਵਾਲੀ ਆਪਣੇ ਕੋਲ ਕੀ PM ਦਾ ਸਕੁਅਰ ਪਲੱਸ ਆਹ ਵਾਲੀ ਸਾਈਡ ਆਪਾਂ ਨੂੰ ਚਾਹੀਦੀ ਹੈ। ਠੀਕ ਹੈ ਜੀ, MQ। ਤਾਂ ਲਾਸਟ ਟਾਈਮ ਆਪਾਂ ਕੀ ਕੀਤਾ ਸੀਗਾ? ਇਹਦੀ ਵੈਲਿਊ ਕੈਲਕੂਲੇਟ ਕੀਤੀ ਸੀ ਤੇ ਇਹਦੀ ਵੈਲਿਊ ਕੈਲਕੂਲੇਟ ਕੀਤੀ ਸੀ। ਹੋਰੀਜ਼ੋਨਟਲ ਦੀ ਵੈਲਿਊ ਮੈਂ ਤੁਹਾਨੂੰ ਕਿਹਾ ਸੀ cos ਥੀਟਾ 'ਚ ਆ ਜਾਊਗੀ B cos ਥੀਟਾ। ਵਰਟੀਕਲ ਦੀ ਕੀ ਆ ਜਾਊਗੀ? ਪਰਪੈਂਡੀਕੂਲਰ 'ਚ B sin ਥੀਟਾ। ਆਹ ਵੈਲਿਊ ਸਾਨੂੰ ਨੋਨ ਹੈ B, ਕਿਉਂਕਿ B ਦੇ ਪੈਰਲਰ ਆ B ਹੈ। ਬਸ ਉਸ ਤੋਂ ਬਾਅਦ ਜਿਵੇਂ ਕੱਲ ਅਸੀਂ ਪ੍ਰੂਫ ਕੀਤਾ ਸੀ, ਇਹਨਾਂ ਦੀਆਂ ਵੈਲਿਊਜ਼ ਪੁੱਟ ਕਰਕੇ ਸਕੁਅਰ ਐਡ ਕਰਕੇ we will get the same result, A square plus B square plus 2AB cos theta। ਤੇ ਡਾਇਰੈਕਸ਼ਨ ਵੀ ਹੈ ਜਿਹੜੀ ਉਹ ਟੈਂਜੈਂਟ ਬੀਟਾ ਵੀ ਸੇਮ ਆਊਗੀ B sin theta ਓਵਰ A plus B cos theta। ਸਾਰੇ ਕੇਸਿਸ ਸੇਮ ਹੋਣਗੇ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਬਸ ਜੇ ਤੁਹਾਡੇ ਕੋਲ ਕੁਐਸਚਨ ਆ ਜਾਂਦਾ ਸਟੇਟ ਐਂਡ ਪ੍ਰੂਵ ਪੈਰਲੋਗ੍ਰਾਮ ਲਾ, ਤਾਂ ਤੁਸੀਂ ਕੀ ਕਰਨਾ ਹੈ? ਡੈਫੀਨੇਸ਼ਨ ਪੈਰਲੋਗ੍ਰਾਮ ਲਾ ਦੀ ਕਰਨੀ ਹੈ ਵੀ ਇਫ ਦੋ ਵੈਕਟਰ ਕਿਹੜੇ ਕਿੱਥੇ ਐਕਟ ਕਰ ਰਹੇ ਐਟ ਅ ਪੁਆਇੰਟ, then the resultant is represented by the diagonal passing through their point of intersection if we complete the parallelogram। ਜਿਹੜਾ ਟ੍ਰੀਟਮੈਂਟ ਕਰਨਾ ਹੈ ਉਹ ਦੇਖੋ, ਤੁਸੀਂ ਧਿਆਨ ਨਾਲ ਦੇਖੋ। ਜਿਵੇਂ ਇਹਨੂੰ ਕੱਟਦੇ ਆ, ਆ B ਸੀ ਤਾਂ ਇਹਦੇ ਪੈਰਲਰ ਆ ਵੀ ਆਪਣੇ ਕੋਲ ਕੀ ਹੋ ਗਿਆ? B ਹੋ ਗਿਆ। ਆ A ਸੀ ਤਾਂ ਆ ਆਪਣੇ ਕੋਲ ਟ੍ਰਾਇੰਗਲ ਹੀ ਰਹਿ ਗਈ ਬੇਟੇ। ਦੇਖੋ ਇੰਨੀ ਆਪਣੇ ਕੋਲ ਕੀ ਰਹਿ ਗਈ ਹੈ? ਟ੍ਰਾਇੰਗਲ ਹੀ ਰਹਿ ਗਈ। ਆਹ ਵਾਲਾ ਵੈਕਟਰ ਤੇ ਆਹ ਵਾਲਾ ਵੈਕਟਰ ਕੀ ਇਨ ਆਰਡਰ ਤੇ ਆ ਰਿਜ਼ਲਟੈਂਟ ਕੀ ਹੈ ਜਿਹੜਾ ਡਾਇਗਨਲ ਰਿਪਰੈਜ਼ੈਂਟ ਕਰ ਰਿਹਾ ਸੀ ਆਊਟ ਆਫ ਆਰਡਰ। ਇਹਦਾ ਮਤਲਬ ਪੈਰਲੋਗ੍ਰਾਮ ਲਾ ਨੂੰ ਜੇ ਆਪਾਂ ਇਥੋਂ ਕੱਟ ਕਰ ਦਈਏ ਤਾਂ ਕੀ ਰਹਿ ਗਿਆ? ਟ੍ਰਾਇੰਗਲ ਦਾ ਲਾ ਹੀ ਰਹਿ ਗਿਆ।
ਇਸ ਤਰ੍ਹਾਂ ਨਾਲ ਆਪਾਂ Yes, ਇਹਨੂੰ sir. ਅੱਗੇ ਵਧਾਇਆ ਤੇ ਉੱਪਰ ਪਰਪੈਂਡੀਕੂਲਰ ਡਰਾ ਕੀਤਾ ਸੀਗਾ, ਐਸ ਟ੍ਰਾਇੰਗਲ ਦੇ ਵਿੱਚ ਪਾਈਥਾਗੋਰਸ ਥਿਊਰਮ ਲਾਤੀ ਸੀ। ਇਸ ਕਰਕੇ ਇਸ ਗੱਲ ਦਾ ਧਿਆਨ ਰੱਖਣਾ ਵੀ ਟ੍ਰਾਇੰਗਲਸ ਲਾ ਤੇ ਪੈਰਲੋਗ੍ਰਾਮ ਲਾ ਦਾ ਜਿਹੜਾ ਐਨਾਲਿਟੀਕਲ ਟ੍ਰੀਟਮੈਂਟ ਹੈ, ਐਨਾਲਿਟੀਕਲ ਟ੍ਰੀਟਮੈਂਟ ਹੁੰਦਾ ਮੈਥਮੈਟੀਕਲ ਟ੍ਰੀਟਮੈਂਟ, ਠੀਕ ਹੈ ਜੀ। ਉਹ ਬੋਥ ਦੀ ਕੇਸਿਸ ਦੇ ਵਿੱਚ ਕੀ ਹੈ, ਸੇਮ, ਬਸ ਸਿਰਫ ਫਰਕ ਕਿਹੜੀ ਚੀਜ਼ ਦਾ, ਡਾਇਗਰਾਮ ਦਾ ਥੋੜਾ ਜਿਹਾ ਫਰਕ ਹੈ, ਠੀਕ ਹੈ ਜੀ। ਪੈਰਲੋਗ੍ਰਾਮ ਕੰਪਲੀਟ ਕਰਨੀ ਤੇ ਡੈਫੀਨੇਸ਼ਨ ਦਾ ਫਰਕ ਹੈ, ਬਾਕੀ ਸਾਰਾ ਟ੍ਰੀਟਮੈਂਟ ਕੀ ਹੈ, ਸੇਮ। ਕਰ ਲਓਗੇ ਬੇਟੇ? Yes, sir. Yes, sir. ਠੀਕ ਹੈ। ਇਫ two vectors are acting at a point, ਉਹਦਾ triangle ਚਲਾ ਕੀ ਸੀ, if two vectors are acting simultaneously along the two sides of a triangle taken in order, then the resultant is represented by the third side of the triangle taken in out of order। ਤੇ ਪੈਰਲੋਗ੍ਰਾਮ ਲਾ ਚ ਕੀ ਹੈ, if two vectors are acting at a point, ਠੀਕ ਹੈ ਜੀ, ਇੱਕੋ ਪੁਆਇੰਟ ਤੇ ਐਕਟ ਕਰ ਰਹੇ at the same time, then their resultant is represented by the diagonal of the parallelogram if we complete the parallelogram। ਠੀਕ ਹੈ ਬੇਟੇ? ਇਥੋਂ ਨਾ ਅਸੀਂ ਇੱਕ ਕਨਕਲੂਜਨ ਕੱਢਿਆ, ਦੇਸੀ ਨੁਸਖਾ ਜਿਵੇਂ ਕਹਿ ਲਓ, ਅੱਗੇ ਅਸੀਂ ਕੈਲਕੂਲੇਸ਼ਨ ਕਰਨੀ ਹੈ +1 +2 ਦੇ ਵਿੱਚ, ਤਾਂ ਅਸੀਂ ਇਹ ਚੀਜ਼ ਸਿੱਖ ਲਈ ਵੀ ਕੋਈ ਜੇਕਰ ਦੋ ਵੈਕਟਰ ਸਾਡੇ ਕੋਲ ਦਿੱਤੇ, ਮੰਨ ਲਓ ਕੋਈ ਵੀ ਉਹਨਾਂ ਦਾ ਨਾਂ ਹੋਵੇ, ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਰਹੀ ਹੈ, ਇੱਕੋ ਪੁਆਇੰਟ ਤੇ ਐਕਟ ਕਰ ਰਹੇ ਆ, ਤਾਂ ਉਹਨਾਂ ਦਾ ਰਿਜ਼ਲਟੈਂਟ ਹੈ ਨਾ ਜਿਹੜਾ ਉਹਨਾਂ ਦੇ ਸੈਂਟਰ 'ਚ ਹੀ ਹੋਊਗਾ, ਵਿਚਾਲੇ ਹੋਊਗਾ ਕਿਤੇ। ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੈ ਬੇਟੇ? ਰਿਜ਼ਲਟੈਂਟ ਕੀ ਹੋਊਗਾ ਹਮੇਸ਼ਾ, ਜੇ ਮੰਨ ਲਓ ਆ ਹੈ ਇੱਕ ਵੈਕਟਰ ਆ ਦਿੱਤਾ ਹੋਇਆ, ਕੋਈ ਵੈਕਟਰ ਆਪਾਂ ਕੋਲ ਆ ਦਿੱਤਾ ਹੈ, ਮੰਨ ਲਓ ਇਹ m ਵੈਕਟਰ ਹੈ, ਮੰਨ ਲਓ n ਵੈਕਟਰ ਹੈ, ਅਸੀਂ ਡਰਾ ਕਰਨਾ ਵੀ m ਤੇ n ਦਾ ਜਿਹੜਾ ਰਿਜ਼ਲਟੈਂਟ ਉਹ ਕਿੱਥੇ ਹੋਊਗਾ, ਤਾਂ ਇੱਧਰ ਨਹੀਂ ਹੋ ਸਕਦਾ, ਉਹ ਕੀ ਹੋਊਗਾ, ਇਹਨਾਂ ਦੋਵਾਂ ਦੇ ਵਿਚਕਾਰ ਹੀ ਕਿਤੇ ਹੋਊਗਾ, ਕਿਉਂਕਿ ਸਾਨੂੰ ਪਤਾ ਹੈ ਵੀ ਜੇਕਰ ਅਸੀਂ ਪੈਰਲੋਗ੍ਰਾਮ ਕੰਪਲੀਟ ਕਰਦੇ ਹਾਂ, ਜਿਹੜਾ ਪੁਆਇੰਟ ਆਫ ਇੰਟਰਸੈਕਸ਼ਨ ਚੋਂ ਡਾਇਗਨਲ ਹੁੰਦਾ ਉਹ ਹੀ ਰਿਪਰੈਜ਼ੈਂਟ ਕਰਦਾ। ਇਸ ਲਈ ਹਮੇਸ਼ਾ ਇਹ ਗੱਲ ਯਾਦ ਰੱਖਣੀ ਹੈ ਵੀ ਜੇਕਰ ਅਸੀਂ ਰਿਜ਼ਲਟੈਂਟ ਕੈਲਕੂਲੇਟ ਕਰਨਾ ਦੋ ਵੈਕਟਰ ਦਾ, ਤੇ ਉਹ ਦੋਵੇਂ ਇੱਕ ਦੂਸਰੇ ਦੇ ਉੱਪਰ ਕਿਸੇ ਐਂਗਲ ਤੇ ਐਕਟ ਕਰ ਰਹੇ, ਤਾਂ ਉਹਨਾਂ ਦਾ ਰਿਜ਼ਲਟੈਂਟ ਕੀ ਹੋਊਗਾ, ਇਟ ਵਿਲ ਬੀ ਬਿਟਵੀਨ ਬੋਥ ਦੀ ਵੈਕਟਰਸ। ਕਲੀਅਰ ਹੋਇਆ ਕਿ ਨਹੀਂ ਹੈ ਬੇਟੇ? ਠੀਕ ਹੈ ਬੇਟੇ। ਨੈਕਸਟ ਆਪਾਂ ਕਰਦੇ ਹਾਂ ਪੋਲੀਗਨ ਲਾ। ਵਾਟ ਇਜ਼ ਦ ਮੀਨਿੰਗ ਆਫ ਪੋਲੀ? ਪੋਲੀ ਦਾ ਮਤਲਬ ਹੁੰਦਾ ਮੈਨੀ। ਕਲੀਅਰ ਹੋਇਆ ਕਿ ਨਹੀਂ ਹੈ? ਪੋਲੀ ਦਾ ਮਤਲਬ ਕੀ ਹੈ? ਮੈਨੀ। ਪੋਲੀਗਨ ਦਾ ਮਤਲਬ ਕੀ ਹੈ ਪੰਜਾਬੀ ਦੇ ਵਿੱਚ? ਆਪਾਂ ਕਹਿੰਦੇ ਬਹੁਭੁਜ। ਬਹੁਭੁਜ ਦਾ ਮਤਲਬ ਜਿੰਦੀਆਂ ਆਪਣੇ ਕੋਲੇ ਕੀ ਹੈ, ਬਹੁਤ ਸਾਰੀਆਂ ਭੁਜਾਵਾਂ ਹੋਣ, ਠੀਕ ਹੈ ਜੀ। ਜਿਵੇਂ 4 ਭੁਜਾਵਾਂ ਵਾਲੇ ਨੂੰ ਆਪਾਂ ਰੈਕਟੈਂਗਲ ਕਹਿਤਾ ਜਾਂ ਸਕੁਅਰ ਕਹਿਤਾ ਸੀਗਾ, 5 ਵਾਲੇ ਨੂੰ ਆਪਾਂ ਕਹਿਤਾ ਸੀ ਪੈਂਟਾਗਨ, 6 ਵਾਲੇ ਨੂੰ ਅਸੀਂ ਕੀ ਕਹਿਤਾ, ਹੈਕਸਾਗਨ, 7 ਵਾਲੇ ਨੂੰ ਸੈਪਟਾ, 8 ਵਾਲੇ ਨੂੰ ਔਕਟਾ। ਇਸ ਤਰ੍ਹਾਂ ਨਾਲ ਅਸੀਂ ਹਾਂਜੀ ਇਹਨਾਂ ਦੇ ਨਾਂ ਰੱਖੇ ਹੋਏ। ਕਲੀਅਰ ਹੋਇਆ ਕਿ ਨਹੀਂ? ਬੇਸਿਕਲੀ ਇਹ ਸਾਰੇ ਕੀ ਹੈਗੇ, ਪੋਲੀਗਨਸ। ਟ੍ਰਾਇੰਗਲ ਤੋਂ ਬਾਅਦ ਜਿਹੜੀ ਵੀ ਫਿਗਰ ਅਸੀਂ ਲੈਨੇ ਉਹਨੂੰ ਆਪਾਂ ਪੋਲੀਗਨ ਕਹਿੰਦੇ ਆ, ਠੀਕ ਹੈ ਜੀ। 4 5 6 7 ਜਿਹੜੀਆਂ ਵੀ ਇਹਨਾਂ ਦੇ ਭੁਜਾਵਾਂ, ਉਹਨਾਂ ਦੇ ਨਾਂ ਰੱਖੇ ਹੋਏ ਆ। ਕੋਈ ਰੈਕਟੈਂਗਲ, ਸਕੁਅਰ ਹੈ, ਕੋਈ ਪੈਂਟਾਗਨ ਹੈ, ਕੋਈ ਹੈਕਸਾਗਨ ਹੈ, ਸੈਪਟਾਗਨ ਹੈ, ਔਕਟਾਗਨ ਹੈ। ਇਸ ਤਰ੍ਹਾਂ ਨਾਲ ਆਪਾਂ ਉਹਨਾਂ ਦੇ ਕੀ ਰੱਖੇ ਹੋਏ ਬੇਟੇ, ਨੇਮ ਰੱਖੇ ਹੋਏ। ਪੋਲੀਗਨ ਦਾ ਮਤਲਬ ਕਲੀਅਰ ਹੋਇਆ ਕਿ ਨਹੀਂ ਹੋਇਆ? ਜਿੰਦੀਆਂ ਆਪਣੇ ਕੋਲ ਕੀ ਹੈ 3 ਤੋਂ ਜ਼ਿਆਦਾ ਭੁਜਾਵਾਂ, ਬੇਸਿਕਲੀ ਆਪਾਂ ਉਹਨੂੰ ਪੋਲੀਗਨ ਕਹਿ ਦਿੰਦੇ ਹਾਂ, ਠੀਕ ਹੈ ਜੀ। ਪੋਲੀ ਮੀਨਸ ਮੈਨੀ, ਪੋਲੀ ਮੀਨਸ ਮੈਨੀ। ਹੁਣ ਆਪਾਂ ਕੀ ਕਰਨਾ, ਜ਼ਰੂਰੀ ਤਾਂ ਨਹੀਂ ਆਪਣੇ ਕੋਲੇ ਦੋ ਵੈਕਟਰ ਹੀ ਹੋਣਗੇ ਹਮੇਸ਼ਾ ਜਿਹੜੇ ਐਕਟ ਕਰ ਰਹੇ ਹੋਣਗੇ। देयर may be the situation when more than 2 vectors are acting, more than 3 vectors are acting ਹੋ ਸਕਦੇ ਆ, ਠੀਕ ਹੈ ਜੀ। ਉਸ ਕੇਸ ਦੇ ਵਿੱਚ ਅਸੀਂ ਇਸ ਨੂੰ ਕਿਵੇਂ ਸੋਲਵ ਕਰਾਂਗੇ, ਕਿਹੜਾ ਲਾਅ ਆ ਜਿਹੜਾ ਯੂਜ਼ ਕਰਾਂਗੇ? ਦੇਖੋ ਆਪਾਂ ਡਾਇਗਰਾਮ ਬਣਾਈਏ। let us take ਇੱਕ ਸਾਈਡ ਆ ਆਪਣੇ ਕੋਲ, this is another side। ਇਸ ਤਰ੍ਹਾਂ ਨਾਲ ਆਪਣੇ ਕੋਲ ਕੀ ਐਕਟ ਕਰ ਰਹੇ, ਵੈਕਟਰਸ ਹੈ, ਮੰਨ ਲਓ ਆਪਣੇ ਕੋਲ ਐਕਟ ਕਰ ਰਹੇ। ਫਿਗਰ ਨਜ਼ਰ ਆ ਰਹੀ ਬੇਟੇ? A ਵੈਕਟਰ, B ਵੈਕਟਰ, C ਵੈਕਟਰ, D ਹੈ ਤੇ ਆਪਣੇ ਕੋਲ ਕੀ E ਵੈਕਟਰ, ਠੀਕ ਹੈ ਜੀ। A B C D E vectors are acting along the sides of a polygon
then the resultant is represented by the last closing side of polygon taken out of order। क्लियर होया कि नहीं होया? पॉलीगॉन ला की कहंदा है भी बहुत सारे वैक्टर है ਜਿਹੜੇ ਉਹ ਪੋਲੀਗਨ ਦੀ ਸਾਈਡਸ ਦੇ ਅਲੋਂਗ ਕੀ ਕਰ ਰਹੇ, ਐਕਟ ਕਰ ਰਹੇ, ਤਾਂ ਉਹਨਾਂ ਦਾ ਰਿਜ਼ਲਟੈਂਟ ਕੌਣ ਰਿਪਰੈਜ਼ੈਂਟ ਕਰੂਗਾ? ਤਾਂ ਉਹਨਾਂ ਦਾ ਰਿਜ਼ਲਟੈਂਟ ਹੈ ਜਿਹੜਾ ਉਹ ਆਪਣੇ ਕੋਲ ਰਿਪਰੈਜ਼ੈਂਟ ਕੀਤਾ ਜਾਊਗਾ ਬਾਈ ਦੀ ਲਾਸਟ ਕਲੋਜ਼ਿੰਗ ਸਾਈਡ ਆਫ ਦੀ ਪੋਲੀਗਨ। ਲਾਸਟ ਕਲੋਜ਼ਿੰਗ ਸਾਈਡ ਆਫ ਦੀ ਪੋਲੀਗਨ ਟੇਕਨ ਇਨ ਆਊਟ ਆਫ ਆਰਡਰ। ਦੇਖੋ ਬੇਟੇ ਇਸ ਤਰ੍ਹਾਂ ਨਾਲ ਇਹ ਆਪਣੇ ਕੋਲ ਹੋਊਗਾ ਆਰ ਵੈਕਟਰ। ਠੀਕ ਹੈ ਜੀ, ਆਰ ਵੈਕਟਰ ਆਪਣੇ ਕੋਲ ਕਹਿੰਦੇ ਬਰਾਬਰ ਹੋਊਗਾ, ਇਹ ਹੋਊਗਾ ਏ ਵੈਕਟਰ ਪਲੱਸ ਬੀ ਵੈਕਟਰ ਪਲੱਸ ਸੀ ਵੈਕਟਰ प्लस डी वेक्टर प्लस ई वेक्टर। डेफिनेशन क्लियर होगी कि नहीं बेटे? इफ many vectors are acting या if vectors are acting along the sides of a polygon in order, ठीक है जी, then their resultant is represented by the last closing side of the polygon। ठीक है जी, last closing side of the polygon taken out of order, taken out of order। डेफिनेशन क्लियर हुई कि नहीं बेटे? पॉलीगॉन लॉ। हाँ जी होगी सर। देखो की Yes, sir. ट्रायंगल लॉ एंड पैरेललोग्राम लॉ ऑफ वेक्टर एडिशन आर दी टू वेक्टर्स। कितने वेक्टर एक्ट कर रहे हैं? कहंदे देयर आर टू वेक्टर्स बट व्हाट हैपन इफ मोर देन टू वेक्टर्स आर एक्टिंग एट ए पॉइंट। एक पॉइंट ते दो तो ज्यादा वेक्टर एक्ट कर रहे हैं, देन रिजल्टेंट इज गिवन बाय दी पॉलीगॉन लॉ ऑफ वेक्टर एडिशन। ठीक है जी, अकॉर्डिंग टू द पॉलीगॉन लॉ ऑफ वेक्टर एडिशन if a number of vectors are acting simultaneously ਇੱਕੋ ਸਮੇਂ ਤੇ at a point are represented by the sides of a open polygon taken in order, taken in order, then the resultant is completely represented by the last closing side of the polygon taken in out of order ਜਾਂ taken in opposite order। क्लियर होया कि नहीं होया? ਇਹ ਇਸ ਤਰ੍ਹਾਂ ਦੀ ਫਿਗਰ ਵੀ ਬਣ ਸਕਦੀ ਹੈ। ਕਹਿੰਦੇ ਇੱਕੋ ਪੁਆਇੰਟ ਦੇ ਉੱਪਰ ਜਿਹੜੇ ਹੈ ਵੈਕਟਰ ਆਪਣੇ ਕੋਲ ਇਸ ਤਰ੍ਹਾਂ ਨਾਲ ਐਕਟ ਕਰ ਰਹੇ, ਤੇ ਫਿਗਰ ਸਾਡੇ ਕੋਲ ਬਣੀ ਕਿਵੇਂ ਹੈ? ਇਹਨੂੰ ਅਸੀਂ ਪੈਰਲਲ ਡਿਸਪਲੇਸ ਕੀਤਾ। ਜਿਵੇਂ ਆਹ ਵਾਲਾ ਵੈਕਟਰ ਹੈ ਜਾਂ ਆਹ ਵਾਲਾ ਵੈਕਟਰ ਹੈ, ਇਹਨੂੰ ਅਸੀਂ ਕੀ ਕਰ ਸਕਦੇ ਹਾਂ? ਪੈਰਲਲ ਡਿਸਪਲੇਸ ਕਰ ਸਕਦੇ ਹਾਂ। ਦੇਖੋ ਇਹਨੂੰ ਮੈਂ ਪੈਰਲਲ ਚੱਕ ਕੇ ਇੱਧਰ ਲੈ ਆਵਾਂ ਤੇ ਇਸ ਪੁਆਇੰਟ ਤੇ ਐਕਟ ਕਰਨ ਲੱਗ ਜੂ ਇਸ ਤਰ੍ਹਾਂ ਨਾਲ। ਠੀਕ ਹੈ, ਇਸ ਵੈਕਟਰ ਨੂੰ ਆਹ ਵਾਲਾ ਵੈਕਟਰ ਹੈ ਜਿਹੜਾ ਮੈਂ ਇਹਨੂੰ ਪੈਰਲਲ ਚੱਕ ਕੇ ਲੈ ਆਵਾਂ ਤੇ ਇੱਥੇ ਆ ਜਾਊਗਾ। ਫਿਰ ਆਹ ਵਾਲਾ ਵੈਕਟਰ ਐਕਟ ਕਰ ਰਿਹਾ, ਇਹ ਲਾਸਟ ਬਣ ਜਾਊਗਾ ਕਲੋਜ਼ਿੰਗ ਸਾਈਡ ਤੇ ਆਪਣੇ ਕੋਲ ਸ਼ੇਪ ਕਿੰਦੀ ਬਣ ਜਾਏਗੀ? ਪੋਲੀਗਨ ਦੀ। ਯਾਦ ਰੱਖੋ ਵੈਕਟਰਸ ਨੂੰ ਕੀ ਕੀਤਾ ਜਾ ਸਕਦਾ ਹੈ? ਡਿਸਪਲੇਸ ਕੀਤਾ ਜਾ ਸਕਦਾ ਹੈ। ਕਿਵੇਂ ਡਿਸਪਲੇਸ ਕੀਤਾ ਜਾ ਸਕਦਾ ਹੈ? ਪੈਰਲਲ ਟੂ ਇਟਸੈਲਫ। ਜੇ ਅਸੀਂ ਉਹਦੀ ਡਾਇਰੈਕਸ਼ਨ ਤੇ ਮੈਗਨੀਟਿਊਡ ਨਾ ਚੇਂਜ ਕਰੀਏ ਤੇ ਉਹਨੂੰ, ਜਿਵੇਂ ਮੰਨ ਲਓ ਆਹ ਵੈਕਟਰ ਹੈ ਤਾਂ ਆਹ ਵੀ ਸੇਮ ਵੈਕਟਰ ਹੀ ਹੈ, ਇਹਨੂੰ ਪੈਰਲਲ ਕੀ ਕੀਤਾ ਜਾ ਸਕਦਾ? ਡਿਸਪਲੇਸ। ਤੇ ਇਹਨੂੰ ਉੱਪਰ ਵੀ ਲੈ ਕੇ ਜਾ ਸਕਦੇ ਹਾਂ, ਆਹ ਵੀ ਸੇਮ ਵੈਕਟਰ ਹੀ ਹੈ, ਇਹਨੂੰ ਇੱਧਰ ਵੀ ਲੈ ਸਕਦੇ ਹਾਂ, ਇਹ ਵੀ ਸੇਮ ਵੈਕਟਰ ਹੀ। ਕਲੀਅਰ ਹੋਇਆ ਕਿ ਨਹੀਂ? ਕਿਤੇ ਵੀ ਉਹਨੂੰ ਪੈਰਲਲ ਡਿਸਪਲੇਸ ਕਰਕੇ ਲਿਜਾਇਆ ਜਾ ਸਕਦਾ ਜੇਕਰ ਉਹਦੀ ਡਾਇਰੈਕਸ਼ਨ ਪੈਰਲਲੋਗ੍ਰਾਮ ਬਣ ਪਲੱਸ ਸਕਦਾ ਮੈਗਨੀਟਿਊਡ ਹਾਂ। ਜਿਹੜਾ ਉਹ ਚੇਂਜ ਨਾ ਕੀਤਾ ਜਾਵੇ। ਕਲੀਅਰ ਹੋਇਆ ਬੇਟੇ? ਪੋਲੀਗਨ ਲਾ। ਐਕਸਕਿਊਜ਼ ਮੀ ਸਰ। यस सर। ਹਾਂਜੀ ਬੇਟੇ। ਸਰ ਜਿਵੇਂ ਆ ਚਾਰ ਸਾਈਡਸ ਹੈਗੀਆਂ ਨੇ ਤਾਂ ਇਹਨਾਂ ਦਾ ਪੈਰਲਲੋਗ੍ਰਾਮ ਬਣ ਸਕਦਾ ਹੈ? ਜੇ ਆਪਾਂ ਬੇਟੇ ਆਪਣੇ ਕੋਲੇ ਪੈਰਲਲ ਪੈਰਲੋਗ੍ਰਾਮ ਲਾ ਦੇ ਵਿੱਚ ਸਿਰਫ ਦੋ ਵੈਕਟਰ ਲੈ ਕੇ ਚੱਲਦੇ ਹਾਂ। ਉੱਥੇ ਆਪਾਂ ਕਿੰਨੇ ਵੈਕਟਰ ਲੈ ਕੇ ਚੱਲਦੇ ਹਾਂ ਬੇਟੇ ਪੈਰਲੋਗ੍ਰਾਮ ਲਾ ਦੇ ਵਿੱਚ? ਬਣ ਜੂਗਾ, ਬਣਨ ਨੂੰ ਕੀ ਹੈ, ਬਟ ਉਹ ਸ਼ੇਪ ਹੁੰਦੀ ਜਿਵੇਂ ਤੁਹਾਨੂੰ ਕਿਹਾ ਵੀ ਵੱਜੂਗਾ ਉਹ ਪੋਲੀਗਨ ਹੀ। ਉਹਦਾ ਰਿਜ਼ਲਟੈਂਟ ਵੀ ਕਿਵੇਂ ਨਿਕਲੂਗਾ? ਪੋਲੀਗਨ ਨਾਲ, ਕਿਉਂਕਿ 4 ਜੇ ਆਪਣੇ ਕੋਲ ਇਸ ਤਰ੍ਹਾਂ ਨਾਲ 4 ਸਾਈਡਸ ਹੈ ਜਿਹੜੀ 4 ਵੈਕਟਰ ਐਕਟ ਕਰ ਰਹੇ ਤਾਂ ਉਹਨੂੰ ਆਪਾਂ ਪੈਰਲਲ ਡਿਸਪਲੇਸ ਕਰਕੇ ਬਣਾ ਸਕਦੇ ਹਾਂ, ਕਿਉਂਕਿ 4 ਸਾਈਡਾਂ ਤਾਂ ਉਹਨੂੰ ਪੈਰਲਲ ਡਿਸਪਲੇਸ ਕਰਕੇ ਕੀ ਹੈ ਆਪਣੇ ਕੋਲ ਉਸ ਤਰ੍ਹਾਂ ਨਾਲ, ਕਿਉਂਕਿ ਇੱਕ ਰੈਕਟੈਂਗਲ ਹੈ ਜਿਹੜੀ ਉਹਦੇ ਵਿੱਚ ਵੀ ਕਿੰਨੀਆਂ ਸਾਈਡਸ ਹੁੰਦੀਆਂ? 4 ਹੁੰਦੀਆਂ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਕੋਈ ਵੀ ਸ਼ੇਪ ਹੋ ਸਕਦੀ ਹੈ ਇਸ ਤਰ੍ਹਾਂ ਨਾਲ। ਆ ਦੇਖੋ ਹੁਣ ਇਹਦੇ ਵਿੱਚ ਅਸੀਂ ਬੇਸਿਕਲੀ ਕੀਤਾ ਕੀ ਹੈ, ਦੋ ਵੈਕਟਰ ਤਾਂ ਆਪਣੇ ਕੋਲ ਮੰਨ ਲਓ ਇਸ ਪੁਆਇੰਟ ਤੇ ਐਕਟ ਕਰਦੇ ਰਹਿੰਦੀ ਹੈ, ਇਹਨੂੰ ਡਿਸਪਲੇਸ ਕਰਕੇ ਇੱਧਰ ਲੈ ਆਈਏ ਇਹਦੇ ਪੈਰਲਲ, ਤਾਂ ਆ ਇੱਥੇ ਆ ਜਾਊਗਾ ਆਹ ਵਾਲੀ ਸਾਈਡ ਪੈਰਲਲ। ਆਹ ਵਾਲੀ ਸਾਈਡ ਵੀ ਕੀ ਹੋ ਜੂਗੀ? ਪੈਰਲਲ ਡਿਸਪਲੇਸ ਕਰਕੇ ਇੱਥੇ ਲਿਆਓ। ਇਹ ਆਪਣੇ ਕੋਲ ਕੀ ਦੋਵੇਂ ਇੱਕੋ ਸਾਈਡ ਤੇ ਐਕਟ ਕਰਨ ਲੱਗ ਜਾਣਗੇ।
ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਆਹ ਸਿਚੁਏਸ਼ਨ ਬਣ ਜੇਗੀ ਆਪਣੇ ਕੋਲ। ਇਹਦੇ ਤੋਂ ਹੀ ਆਪਾਂ ਵੇਖੋ, ਇਹਨੂੰ ਆਪਾਂ ਇੱਧਰ ਲੈ ਜਾਈਏ, ਇਹ ਸਾਈਡ ਨੂੰ ਉੱਪਰ ਲੈ ਜਾਈਏ ਤਾਂ ਕੀ ਬਣ ਗਈ ਆਪਣੇ ਕੋਲ? ਇੱਕ ਰੈਕਟੈਂਗਲ ਬਣ ਗਈ, ਪੈਰਲੋਗ੍ਰਾਮ। ਕਲੀਅਰ ਹੋਇਆ ਕਿ ਨਹੀਂ ਹੈ ਬੇਟੇ? ਬਟ ਸੋਲਵ ਕਰਨ ਵਾਸਤੇ ਕੀ ਲਾਉਣਾ ਪਊਗਾ? ਪੋਲੀਗਨ ਲਾ। ਕੀ ਲਾਉਣਾ ਪਊਗਾ ਬੇਟੇ? ਪੋਲੀਗਨ ਲਾ। ਕਿਉਂਕਿ ਦੋ ਤੋਂ ਜ਼ਿਆਦਾ ਜਿਹੜੇ ਵੈਕਟਰ ਇੱਕ ਪੁਆਇੰਟ ਦੇ ਉੱਪਰ ਐਕਟ ਕਰਨ ਤਾਂ ਉਹਨਾਂ ਦੇ ਵਾਸਤੇ ਕੀ ਲੱਗਦਾ? ਪੋਲੀਗਨ। ਜੇ ਦੋ ਹੀ ਲੱਗਦੇ ਆ ਫਿਰ ਪੈਰਲੋਗ੍ਰਾਮ ਕੰਪਲੀਟ ਕਰਕੇ ਡਾਇਗਨਲ ਹੈ ਜਿਹੜਾ ਉਹ ਰਿਜ਼ਲਟੈਂਟ ਰਿਪਰੈਜ਼ੈਂਟ ਕਰ ਸਕਦਾ। ਫਿਰ ਕੀ ਯੂਜ਼ ਕਰਦੇ ਆ? ਪੈਰਲੋਗ੍ਰਾਮ ਲਾ। ਪੈਰਲੋਗ੍ਰਾਮ ਲਾ ਨੂੰ ਇਸ ਤਰ੍ਹਾਂ ਨਾਲ ਲਿਖ ਦਿੰਦੇ ਬੇਟੇ, ਦੋ ਪੈਰਲਲ ਲਾਈਨਾਂ ਲਾ ਕੇ ਨਾਲ GM ਲਿਖ ਦਿੰਦੇ। ਪੈਰਲੋਗ੍ਰਾਮ ਲਿਖਣ ਦੇ ਵਿੱਚ ਪੈਰਲੀਲੋਗ੍ਰਾਮ ਹੁੰਦਾ ਬੇਟੇ। ਆਪਾਂ ਬੋਲਦੇ ਕੀ ਹੈ? ਪੈਰਲੋਗ੍ਰਾਮ, ਬਟ ਲਿਖਣ ਦੇ ਵਿੱਚ ਕੀ ਹੁੰਦਾ? ਪੈਰਲੀਲੋਗ੍ਰਾਮ। ਕਲੀਅਰ ਹੈ ਬੇਟੇ? ਹਾਂਜੀ ਬੇਟੇ, ਕਲੀਅਰ? Yes. ਲਓ ਬੇਟੇ, ਆਪਾਂ Yes, ਨਾ ਇਹਦਾ ਹੁਣ sir. ਪ੍ਰੂਫ ਦੇਖੀਏ ਛੇਤੀ ਛੇਤੀ। ਮੈਂ ਨਾ ਸਕੂਲ ਜਾਣਾ ਅੱਜ। ਲੋ ਡਾਇਗਰਾਮ ਦੇਖੋ, ਧਿਆਨ ਨਾਲ ਸਮਝੀ ਜਾਇਓ ਬਸ। ਮੈਂ 2 ਮਿੰਟ ਤੁਹਾਨੂੰ ਸਮਝਾ ਦੇਣਾ। Yes, sir. Okay. ਕੋਈ ਪੋਲੀਗਨ ਹੈ ਆਪਣੇ ਕੋਲੇ, ਠੀਕ ਹੈ ਜੀ, ਜਿੰਦੇ ਵਿੱਚ ਆਪਣੇ ਕੋਲ ਕੀ ਹੈ? A ਵੈਕਟਰ, B ਵੈਕਟਰ, C ਵੈਕਟਰ, D ਵੈਕਟਰ ਆਰ ਐਕਟਿੰਗ ਅਲੋਂਗ ਦੀ ਸਾਈਡਸ ਆਫ ਅ ਪੋਲੀਗਨ ਟੇਕਨ ਇਨ ਆਰਡਰ। ਠੀਕ ਹੈ ਜੀ, ਆਹ ਕੋਈ ਉਹਦੀ ਕਲੋਜ਼ਿੰਗ ਸਾਈਡ ਹੈ OT, ਜਿਹਨੂੰ ਅਸੀਂ R ਨਾਲ ਰਿਪਰੈਜ਼ੈਂਟ ਕਰਨਾ। ਆਪਾਂ ਪ੍ਰੂਫ ਕੀ ਕਰਨਾ ਵੀ R ਕਹਿੰਦੇ ਬਰਾਬਰ ਹੋਊਗਾ ਸਾਰਿਆਂ ਦੇ ਸਮ ਦੇ ਬਰਾਬਰ ਹੋ। A ਵੈਕਟਰ, B ਵੈਕਟਰ, C ਵੈਕਟਰ, D ਵੈਕਟਰ। ਠੀਕ ਹੈ, ਆਪਾਂ ਨੂੰ ਕੁਐਸਚਨ ਕੀ ਆਇਆ ਹੋਇਆ? ਸਟੇਟ ਐਂਡ ਪ੍ਰੂਵ ਪੋਲੀਗਨ ਲਾ। ਸਟੇਟ ਐਂਡ ਪ੍ਰੂਵ ਪੋਲੀਗਨ ਲਾ, ਇਹ ਪ੍ਰੂਫ ਕਰਨਾ ਆਪਾਂ। ਸਟੇਟ ਦੇ ਵਿੱਚ ਆਪਾਂ ਡੈਫੀਨੇਸ਼ਨ ਲਿਖਤੀ, ਪ੍ਰੂਫ ਦੇ ਵਿੱਚ ਦੇਖੋ ਆਪਾਂ ਕੀ ਕਰਨਾ। ਇੱਕ ਵਾਰੀ ਅਸੀਂ ਸਪੋਜ਼ ਕਰਨਾ ਵੀ ਆਹ ਵਾਲੀਆਂ ਸਾਈਡਸ ਹੈ ਨਹੀਂ, ਹੈਗੀਆਂ ਆਪਣੇ ਕੋਲ, ਬਟ ਅਸੀਂ ਕੈਲਕੂਲੇਸ਼ਨ ਚ ਨਹੀਂ ਲੈਣੀਆਂ। A ਵੈਕਟਰ ਐਂਡ B ਵੈਕਟਰ ਆਰ ਐਕਟਿੰਗ ਅਲੋਂਗ ਦੀ ਟੂ ਸਾਈਡਸ ਆਫ ਇਹ, ਤੇ ਆਹ ਵਾਲੀ ਆਪਣੇ ਕੋਲ ਕੀ ਬਣ ਗਈ ਬੇਟਾ? ਟ੍ਰਾਇੰਗਲ ਬਣ ਗਈ ਹੈ। ਦੱਸੋ Yes, ਬੇਟਾ, sir. ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਤਾਂ R1 ਵੈਕਟਰ Yes. ਕਿੰਦੇ ਬਰਾਬਰ ਹੋਊਗਾ ਬੇਟੇ? R1 ਵੈਕਟਰ ਕਿੰਦੇ ਬਰਾਬਰ ਹੋਊਗਾ? A ਵੈਕਟਰ ਪਲੱਸ B ਵੈਕਟਰ। A vector plus B vector. ਸ਼ਾਬਾਸ਼ ਬੇਟੇ, A ਵੈਕਟਰ ਪਲੱਸ B ਵੈਕਟਰ। B vector. B vector. B vector. ਜਿਹੜੀ ਆਊਟ ਆਫ ਆਰਡਰ ਥਰਡ ਸਾਈਡ ਹੁੰਦੀ ਹੈ ਉਹ ਆਪਣੇ ਕੋਲ ਕੀ ਰਿਪਰੈਜ਼ੈਂਟ ਕਰਦੀ ਹੈ ਬੇਟੇ? ਠੀਕ ਹੈ, ਇਹਦਾ ਮਤਲਬ ਪਹਿਲੀ ਕੈਲਕੂਲੇਸ਼ਨ ਚ ਅਸੀਂ ਇਹ ਕਿਹਾ ਵੀ ਇਨ ਦੀ ਟ੍ਰਾਇੰਗਲ OPM ਬਾਈ ਟ੍ਰਾਇੰਗਲ ਚਲਾ R1 is equal to A1 A ਵੈਕਟਰ ਪਲੱਸ B ਵੈਕਟਰ। ਉਸ ਤੋਂ ਬਾਅਦ ਸੈਕਿੰਡ ਦੇ ਵਿੱਚ ਅਸੀਂ ਕਿਹਾ ਇਹਨੂੰ ਛੱਡ ਦਿਓ, ਇਸ ਟ੍ਰਾਇੰਗਲ ਚ ਚਲੇ ਜਾਓ, ਆਹ ਟ੍ਰਾਇੰਗਲ ਦੇ ਵਿੱਚ R1 ਵੈਕਟਰ ਇੱਧਰ ਐਕਟ ਕਰ ਰਿਹਾ, C ਵੈਕਟਰ ਇੱਧਰ ਐਕਟ ਕਰ ਰਿਹਾ, ਆ ਇਸ ਤਰ੍ਹਾਂ ਨਾਲ ਐਕਟ ਕਰ ਰਿਹਾ। ਇਹਦੇ ਵਿੱਚ ਅਗੇਨ ਆਪਣੇ ਕੋਲ ਕੀ ਲੱਗ ਰਿਹਾ ਬੇਟੇ? ਟ੍ਰਾਇੰਗਲ ਜਲਾ ਲੱਗ ਰਿਹਾ ਕਿ ਨਹੀਂ ਲੱਗ ਰਿਹਾ? ਟ੍ਰਾਇੰਗਲ ਬਣ ਗਈ ਨਾ। ਦੋ ਵੈਕਟਰ ਕੀ ਹੈ? ਸੇਮ ਡਾਇਰੈਕਸ਼ਨ ਚ ਇਨ ਆਰਡਰ, ਆ ਆਊਟ ਆਫ ਆਰਡਰ। ਤਾਂ R2 ਵੈਕਟਰ ਕੀ ਹੋਊਗਾ ਬੇਟੇ? R1 ਵੈਕਟਰ ਪਲੱਸ C ਵੈਕਟਰ ਦੇ ਜੋੜ ਦੇ ਬਰਾਬਰ ਨਾ ਹੋਊਗਾ? ਯੈਸ ਸਰ, A ਵੈਕਟਰ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਕਿੰਦੇ ਬਰਾਬਰ ਹੋਊਗਾ? R1 ਵੈਕਟਰ ਪਲੱਸ C ਵੈਕਟਰ। ਹੁਣ R1 ਵੈਕਟਰ ਕਿੰਦੇ ਬਰਾਬਰ ਹੈ? A ਵੈਕਟਰ ਪਲੱਸ B ਵੈਕਟਰ। ਇਹਦੀ ਵੈਲਿਊ ਪੁੱਟ ਕਰਦੀ ਤਾਂ R2 ਵੈਕਟਰ ਕਿੰਦੇ ਬਰਾਬਰ ਆ ਗਿਆ? A ਵੈਕਟਰ ਪਲੱਸ B ਵੈਕਟਰ ਪਲੱਸ C ਵੈਕਟਰ। ਦੱਸੋ ਬੇਟੇ, ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? Yes, ਕਲੀਅਰ ਹੈ sir. ਬੇਟੇ? ਸਿਮਿਲਰਲੀ ਹੁਣ ਇਹਨੂੰ ਭੁੱਲ ਜਾਓ ਸਾਰੇ ਨੂੰ। R2 D ਵੈਕਟਰ ਤੇ R vector, they are forming a triangle and R vector is the resultant of the R2 vector plus D vector by using triangles law। ਕਿੰਦੇ ਬਰਾਬਰ ਹੋਊਗਾ? R2 vector plus D vector। ਦੱਸੋ ਬੇਟੇ, ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? Yes, sir. Yes, ਕਲੀਅਰ ਹੈ ਬੇਟੇ? ਹੁਣ R2 vector ਦੀ ਵੈਲਿਊ ਕੀ ਸੀ? A vector plus B vector plus D vector plus D vector ਹੈਗਾ ਆਪਣੇ ਕੋਲ। ਇਹ ਕਿੰਦੇ ਬਰਾਬਰ ਆ ਗਿਆ ਬੇਟੇ? R vector ਦੇ ਬਰਾਬਰ ਆ ਗਿਆ। ਕਲੀਅਰ ਹੋਇਆ ਕਿ ਨਹੀਂ ਹੋਇਆ? ਇਹੀ ਚੀਜ਼ ਅਸੀਂ ਕੀ ਕਰਨਾ ਚਾਹੁੰਦੇ ਸੀ? ਪ੍ਰੂਵ ਕਰਨਾ ਚਾਹੁੰਦੇ ਸੀ। ਕਲੀਅਰ ਹੋਇਆ ਕਿ ਨਹੀਂ? ਪ੍ਰੂਫ ਬਹੁਤ ਜ਼ਿਆਦਾ ਸੌਖਾ ਹੈ, ਐਵੇਂ ਖੇਡਾਂ ਹੀ ਹੈ। ਪਹਿਲਾਂ ਆਹ ਟ੍ਰਾਇੰਗਲ ਚਲੇ ਜਾਣਾ, ਫਿਰ ਇਹਦੇ ਰਿਜ਼ਲਟੈਂਟ ਨੂੰ ਸੋਲਵ ਕਰਨ ਵਾਸਤੇ ਇਸ ਟ੍ਰਾਇੰਗਲ ਚਲੇ ਜਾਣਾ, ਫਿਰ ਇਸ ਟ੍ਰਾਇੰਗਲ ਚਲੇ ਜਾਣਾ। ਠੀਕ ਹੈ ਜੀ, ਕਰ ਲਓਗੇ ਬੇਟੇ ਪ੍ਰੂਫ? Yes, ਹਾਂਜੀ, sir. ਲਓ ਆਪਾਂ ਬਸ ਖਤਮ ਕਰਦੇ ਹਾਂ ਅੱਜ, ਇੰਨਾ ਪੜਾਂਗੇ। ਮੈਂ ਤੁਹਾਨੂੰ ਬਸ ਇੱਕ ਪੁਆਇੰਟ ਦੱਸ ਦਿਆਂ।
ਲਓ ਬੇਟੇ ਆਪਣੇ ਕੋਲੇ ਆਪਾਂ ਟ੍ਰਾਇੰਗਲ ਦਾ ਲਾ ਕੀਤਾ ਸੀਗਾ। ਆਹ ਸਿਚੁਏਸ਼ਨ ਦੇਖੋ, ਆ ਕੋਈ A ਵੈਕਟਰ, ਆ B ਵੈਕਟਰ ਸੀਗਾ ਤੇ ਆ C ਵੈਕਟਰ ਸੀ। ਠੀਕ ਹੈ ਜੀ, ਦੋ ਵੈਕਟਰ ਐਕਟ ਕਰ ਰਹੇ ਸੀ ਇਸ ਤਰ੍ਹਾਂ ਨਾਲ, A ਵੈਕਟਰ ਤੇ B ਵੈਕਟਰ। ਥਰਡ ਅਸੀਂ ਸ਼ੋ ਕੀਤਾ ਸੀ ਇਸ ਤਰ੍ਹਾਂ ਨਾਲ ਐਕਟ ਕਰ ਰਿਹਾ। ਯਾਦ ਹੈ ਬੇਟੇ ਇਹ ਸਿਚੁਏਸ਼ਨ ਨਾ? ਜਿਹੜਾ R ਵੈਕਟਰ ਉਹ ਕਹਿੰਦੇ ਬਰਾਬਰ ਸੀਗਾ A ਵੈਕਟਰ ਪਲੱਸ B ਵੈਕਟਰ। ਇਹ ਸਿਚੁਏਸ਼ਨ ਸੀ ਨਾ ਆਪਣੇ ਕੋਲੇ। ਹੁਣ ਦੇਖੋ ਇਹਦੇ ਵਿੱਚ ਜੇ ਥੋੜਾ ਜਿਹਾ ਆਪਾਂ ਚੇਂਜ ਕਰੀਏ, ਕੀ ਚੇਂਜ ਕਰੀਏ, ਜੇਕਰ ਮੈਂ ਇਹਦੀ ਡਾਇਰੈਕਸ਼ਨ ਚੇਂਜ ਕਰਦੇ ਆ A ਵੈਕਟਰ ਸੀਗਾ, ਇਹ B ਵੈਕਟਰ, ਇਹਨੂੰ ਐਵੇਂ ਹੀ ਰਹਿਣ ਦੇ, R ਵੈਕਟਰ ਨੂੰ ਮੈਂ ਬਣਾ ਦਿਆਂ, ਤਾਂ ਫਿਰ ਕੀ ਹੋਏਗਾ ਬੇਟੇ? ਦੇਖੋ ਧਿਆਨ ਨਾਲ ਗੱਲ ਸਮਝੋ। ਪਹਿਲਾਂ ਵੈਕਟਰ ਹੈ ਜਿਹੜਾ ਉੱਪਰ ਜਾ ਰਿਹਾ ਸੀ, ਹੁਣ ਵੈਕਟਰ ਉਹੀ ਵੈਕਟਰ ਕੀ ਜਾ ਰਿਹਾ, ਨੀਚੇ ਜਾ ਰਿਹਾ ਸੇਮ ਡਾਇਰੈਕਸ਼ਨ ਦੇ ਵਿੱਚ। ਤਾਂ ਇਹ ਆਪਣੇ ਕੋਲ ਕੀ ਸੀਗਾ, ਨੈਗੇਟਿਵ ਆਫ A ਵੈਕਟਰ। Yes, sir. ਕੀਤਾ ਸੀ ਨਾ ਆਪਾਂ, ਇੱਕ ਵੈਕਟਰ A ਹੈ, ਹਾਂ, ਉਹਦਾ ਨੈਗੇਟਿਵ ਕਿਵੇਂ ਲਾਈਦਾ, ਉਹਨੂੰ -A ਕਰਕੇ, ਉਹਦੀ ਡਾਇਰੈਕਸ਼ਨ ਕੀ ਹੋ ਜਾਂਦੀ ਹੈ, ਅਪੋਜ਼ਿਟ ਹੋ ਜਾਂਦੀ ਹੈ। Change. ਕਲੀਅਰ ਹੋਇਆ ਕਿ ਨਹੀਂ ਹੋਇਆ? Yes, sir. Yes, sir. ਇਹਦਾ ਮਤਲਬ ਜੇ ਅਸੀਂ ਪਹਿਲੀ ਸਿਚੁਏਸ਼ਨ ਦੇ ਅਕੋਰਡਿੰਗਲੀ ਦੇਖੀਏ, ਜਿਹੜਾ A ਵੈਕਟਰ ਸੀ, ਮੰਨ ਲਓ ਮੈਂ ਇਹਦੀ ਡਾਇਰੈਕਸ਼ਨ ਚੇਂਜ ਕੀਤੀ ਹੈ ਤੇ -R ਵੈਕਟਰ ਹੋ ਜਾਊਗਾ। ਪਹਿਲਾਂ R ਸੀ ਪਿਛਲੀ ਸਿਚੁਏਸ਼ਨ 'ਚ, Yes, sir. ਇਹਦੇ ਅਕੋਰਡਿੰਗਲੀ ਆਪਾਂ ਜੇ ਉੱਥੇ ਵੈਲਿਊ ਪੁੱਟ ਕਰੀਏ, ਆਪਣੇ ਕੋਲ R ਵੈਕਟਰ ਇਜ਼ ਇਕੁਅਲ ਟੂ A ਵੈਕਟਰ ਪਲੱਸ B ਵੈਕਟਰ ਸੀ। ਇੱਥੇ ਕੀ ਹੋਊਗਾ, -R ਵੈਕਟਰ। ਇਹਦਾ ਮਤਲਬ ਜੇ ਮੈਂ ਇਹਨੂੰ ਉਧਰ ਲੈ ਜਾ, A ਵੈਕਟਰ ਪਲੱਸ B ਵੈਕਟਰ ਪਲੱਸ R ਵੈਕਟਰ ਇਜ਼ ਇਕੁਅਲ ਟੂ 0। ਇਹਦਾ ਮਤਲਬ ਤੁਸੀਂ ਯਾਦ ਰੱਖਣਾ ਹੈ ਹਮੇਸ਼ਾ ਵੀ ਜੇਕਰ ਆਪਣੇ ਕੋਲੇ ਕੀ ਹੈ, ਵੈਕਟਰ ਕਿਵੇਂ ਐਕਟ ਕਰ ਰਹੇ ਹੈ, ਸੇਮ ਡਾਇਰੈਕਸ਼ਨ ਦੇ ਵਿੱਚ ਐਕਟ ਕਰ ਰਹੇ, ਇੱਕ ਇੱਧਰ ਹੈ ਤੇ ਇੱਕ ਇੱਧਰ ਹੈ, ਉਹਨਾਂ ਦਾ ਕੋਈ ਵੀ ਨਾ ਹੋਵੇ, ਇਨ ਆਰਡਰ ਹੈ ਸਾਰੇ, ਮੰਨ ਲਓ P ਵੈਕਟਰ ਹੈ, Q ਵੈਕਟਰ ਹੈ ਪਲੱਸ R ਵੈਕਟਰ ਹੈ, ਤਾਂ ਇਹ ਇਕੁਇਲਿਬਰੀਅਮ ਦੇ ਵਿੱਚ ਹੋਣਗੇ। ਇਹਦਾ ਮਤਲਬ P ਵੈਕਟਰ ਪਲੱਸ Q ਵੈਕਟਰ ਪਲੱਸ R ਵੈਕਟਰ ਕਿਹਦੇ ਬਰਾਬਰ ਹੋਊਗਾ ਬੇਟੇ? 0 ਦੇ। ਕਲੀਅਰ ਹੋਇਆ ਕਿ ਨਹੀਂ ਹੋਇਆ? ਇਹ ਹੋਣਗੇ ਇਕੁਇਲਿਬਰੀਅਮ ਦੇ ਵਿੱਚ ਹੋਣਗੇ। ਇਕੁਇਲਿਬਰੀਅਮ ਕੀ ਹੁੰਦਾ ਹੈ, ਜਦੋਂ ਨੈਟ ਫੋਰਸ ਐਕਟਿੰਗ ਹੈ ਉਹ ਆਪਣੇ ਕੋਲੇ ਨੈਟ ਇਫੈਕਟ ਹੈ ਜਿਹੜਾ ਆਪਣੇ ਕੋਲ ਕੀ ਹੁੰਦਾ, 0। ਕਲੀਅਰ ਹੋਇਆ ਕਿ ਨਹੀਂ ਹੋਇਆ? Yes, sir. ਇਹਨੂੰ ਅਸੀਂ ਇਸ ਤਰ੍ਹਾਂ ਨਾਲ ਵੀ ਰਿਪਰੈਜ਼ੈਂਟ ਕਰ ਸਕਦੇ ਹਾਂ। ਇਧਰ ਨੂੰ ਦੇਖੋ, ਇੱਕ ਵੈਕਟਰ ਅਸੀਂ ਇੱਧਰ ਲਿਆ, ਮੰਨ ਲਓ ਇੱਕ ਵੈਕਟਰ ਅਸੀਂ ਇੱਧਰ ਲੈ ਲਿਆ, ਕਿਹਨੂੰ ਇੱਧਰ ਲੈ ਲਿਆ। ਜੇ ਆਹ ਵੈਕਟਰ ਨੂੰ ਮੈਂ ਪੈਰਲਲ ਡਿਸਪਲੇਸ ਕਰਕੇ ਇਸ ਪੁਆਇੰਟ ਤੇ ਲੈ ਆਵਾਂ ਤਾਂ ਇਸ ਤਰ੍ਹਾਂ ਬਣ ਸਕਦਾ। ਆਹ ਵਾਲਾ ਵੈਕਟਰ ਇਹਦੇ ਪੈਰਲਲ ਡਿਸਪਲੇਸ ਕਰਤਾ ਨਾ, ਇਹਨੂੰ ਮੈਂ ਇਹਦੇ ਪੈਰਲਲ ਡਿਸਪਲੇਸ ਕਰਦਾ, ਇਹਨੂੰ ਇੱਥੇ ਰਹਿਣ ਦਿਆਂ, ਇਹਨੂੰ ਇਹਦੇ ਪੈਰਲਲ ਡਿਸਪਲੇਸ ਕਰਦਾ, ਤਾਂ ਆਪਣੇ ਕੋਲੇ ਸਿਚੁਏਸ਼ਨ ਕੀ ਬਣ ਗਿਆ? ਸਿਚੁਏਸ਼ਨ ਬਣ ਗਈ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਇਹਦਾ ਮਤਲਬ ਕੀ ਹੈ, ਤਿੰਨ ਵੈਕਟਰ ਹੈ ਜਿਹੜੇ A ਵੈਕਟਰ, B ਵੈਕਟਰ ਤੇ C ਵੈਕਟਰ ਇੱਕੋ ਪੁਆਇੰਟ ਦੇ ਉੱਪਰ ਐਕਟ ਕਰ ਰਹੇ ਆ। ਠੀਕ ਹੈ ਜੀ। Yes, sir. ਜੇ ਆਪਾਂ ਟ੍ਰਾਇੰਗਲ ਬਣਾਈ ਸੀ ਤਾਂ ਇਹਨਾਂ ਦਾ ਨੈਟ ਇਫੈਕਟ ਕੀ ਹੈ, ਜੇ 0 ਹੈਗਾ ਇਹਦਾ ਮਤਲਬ ਇਹ ਕਿਸ ਤਰ੍ਹਾਂ ਦੇ ਵੈਕਟਰ ਹੈ, ਇਕੁਇਲਿਬਰੀਅਮ ਦੇ ਵਿੱਚ ਹੈ, ਇਸ ਪੁਆਇੰਟ ਤੇ ਕੋਈ ਵੀ ਇਫੈਕਟ ਨਹੀਂ ਪਊਗਾ। Okay, ਠੀਕ ਹੈ, ਹਾਂਜੀ। ਅੱਗੇ ਜਾ ਕੇ ਅਸੀਂ ਕਰਾਂਗੇ ਲੈਮੀਜ਼ ਥਿਊਰਮ, ਅਗਲੇ ਯੂਨਿਟ ਦੇ ਵਿੱਚ ਕਰਾਂਗੇ, ਉੱਥੇ ਅਸੀਂ ਇਹਨੂੰ ਯੂਜ਼ ਕਰਾਂਗੇ। ਬਟ ਤੁਸੀਂ ਇਹ ਪੁਆਇੰਟ ਯਾਦ ਰੱਖ ਲੈਣਾ ਵੀ ਜੇਕਰ ਮੰਨ ਲਓ ਪੋਲੀਗਨ ਲਾ ਵੀ ਲਾਇਆ ਸੀ ਇਸ ਤਰ੍ਹਾਂ ਨਾਲ, 1 2 ਜਿੰਨੀ ਮਰਜ਼ੀ ਸਾਈਡਸ ਬਣਾ ਲਓ, 3 4 ਤੇ ਲਾਸਟ ਸਾਈਡ ਵੀ ਅਸੀਂ ਇਨ ਆਰਡਰ ਲੈ ਲਈ, ਤਾਂ ਇਹਨਾਂ ਸਾਰਿਆਂ ਦਾ ਜੋੜ ਕੀ ਹੋਊਗਾ? 0। ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਕਲੀਅਰ ਹੈ ਬੇਟੇ? Yes, sir. सर रिपीट कर दो। ਲਓ ਬੇਟੇ ਰਿਪੀਟ ਕਰ ਦਿੰਦੇ। ਆਪਣੇ ਕੋਲੇ ਕੀ ਹੈ ਵੀ ਜੇਕਰ ਵੈਕਟਰ ਕਿਸ ਤਰ੍ਹਾਂ ਨਾਲ ਐਕਟ ਕਰ ਰਹੇ ਆ, ਇਨ ਆਰਡਰ ਸਾਰੇ ਹੀ। ਥਰਡ ਸਾਈਡ ਆਪਾਂ ਆਊਟ ਆਫ ਆਰਡਰ ਲੈਂਦੇ ਸੀ ਨਾ, ਉਹਨੂੰ ਵੀ ਅਸੀਂ ਇਨ ਆਰਡਰ ਕਰ ਦਈਏ। ਆ A ਵੈਕਟਰ, ਆ B ਵੈਕਟਰ ਹੈ ਤੇ ਮੰਨ ਲਓ R ਵੈਕਟਰ ਹੈ। ਜੇ ਇਨ ਆਰਡਰ ਹੋਣ ਸਾਰੇ ਹੀ ਤਾਂ ਆਪਣੇ ਕੋਲ ਕੀ ਹੋਊਗਾ? ਤਿੰਨਾਂ ਦਾ ਜੋੜ ਕੀ ਹੋਊਗਾ? 0 ਹੋਏਗਾ। ਤਿੰਨਾਂ ਦਾ ਜੋੜ ਕੀ ਹੋਏਗਾ? 0 ਹੋਏਗਾ। ਇਹ ਪੁਆਇੰਟ ਯਾਦ ਰੱਖ ਲੈਣਾ। ਸਿਮਿਲਰਲੀ ਜੇ ਅਸੀਂ ਆਹ ਸਿਚੁਏਸ਼ਨ ਬਣਾਉਣੇ, ਮੰਨ ਲਓ ਆ ਕੋਈ A ਵੈਕਟਰ ਹੈ, ਆ B ਵੈਕਟਰ ਹੈ, ਆ C ਵੈਕਟਰ ਹੈ, ਆ D ਵੈਕਟਰ ਹੈ, ਆ E ਵੈਕਟਰ ਹੈ, ਤੇ ਮੰਨ ਲਓ ਆ ਬਣਾ ਦਾਂ ਮੈਂ F ਵੈਕਟਰ। ਸਾਰੇ ਇਨ ਆਰਡਰ ਬਣਾ ਦਿਆਂ
ਤਾਂ ਸਾਰਿਆਂ ਦਾ ਜੋੜ ਕੀ ਹੋਊਗਾ ਆਪਣੇ ਕੋਲੇ? 0 0 ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਜੇ ਸਾਰੇ ਇਨ ਆਰਡਰ ਹੋ Yes. ਜਾਣਗੇ ਤਾਂ ਉਹਨਾਂ ਦਾ ਨੈਟ ਇਫੈਕਟ ਕੀ ਬਣ ਜਾਊਗਾ? 0 ਬਣ ਜਾਊਗਾ। यस सर ਤੇ ਇਹਨੂੰ ਅਸੀਂ 0 बन ਵੈਕਟਰਸ ਨੂੰ ਡਿਸਪਲੇਸ ਕਰਦੇ ਹਾਂ ਤਾਂ ਇਸ ਤਰ੍ਹਾਂ ਦੀ ਸਿਚੁਏਸ਼ਨ ਆਪਾਂ ਬਣਾ ਸਕਦੇ ਹਾਂ ਵੀ ਸਾਰੇ ਵੈਕਟਰ ਕਿੱਥੇ ਐਕਟ ਕਰ ਰਹੇ ਐਟ ਅ ਪੁਆਇੰਟ, ਕਿਉਂਕਿ ਇਹਨੂੰ ਡਿਸਪਲੇਸ ਕਰਕੇ ਹੀ ਆਪਾਂ ਕੀ ਬਣਾਈ ਸੀ? ਪੋਲੀਗਨ। ਕਲੀਅਰ ਹੈ ਬੇਟੇ? ਯੈਸ ਸਰ। यस सर ਠੀਕ ਹੈ। ਫਿਰ ਆਪਣੇ ਇੱਥੇ ਬੇਟੇ ਜਿਹੜੇ ਬੇਸਿਕ ਲਾਜ਼ ਹੈ ਵੈਕਟਰ ਐਡੀਸ਼ਨ ਦੇ ਉਹ ਆਪਣੇ ਕੋਲ ਖਤਮ ਹੋ ਗਏ। ਟ੍ਰਾਇੰਗਲਸ ਲਾ ਕਰ ਲਿਆ ਅਸੀਂ, ਪੈਰਲੋਗ੍ਰਾਮ ਲਾ ਕਰ ਲਿਆ ਤੇ ਪੋਲੀਗਨ ਲਾ। ਮੋਸਟ ਇੰਪੋਰਟੈਂਟ ਹੈ ਇਹਨਾਂ ਦੇ ਵਿੱਚੋਂ 5 ਮਾਰਕਸ ਦਾ ਇੱਕ ਕੁਐਸਚਨ ਹੈ ਜਿਹੜਾ ਉਹ ਆਉਣਾ ਹੀ ਆਉਣਾ ਹੁੰਦਾ। ਠੀਕ ਹੈ ਜੀ। ਆਪਣੇ ਸਟਰਕਚਰ ਦੇ ਹਿਸਾਬ ਨਾਲ ਆ ਜਿਹੜੇ ਆਪਣੇ ਕੋਲ 2 ਕੁਐਸਚਨ ਹੈ ਲੌਂਗ ਆਨਸਰ ਟਾਈਪ ਆਉਣੇ ਆ PSCB ਦੇ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਟਰਕਚਰ ਦੇ ਵਿੱਚ। ਠੀਕ ਹੈ ਜੀ। ਉਹਨਾਂ ਚੋਂ ਇੱਕ ਕੁਐਸਚਨ ਆਪਣੇ ਕੋਲ ਯੂਨਿਟ ਸੈਕੰਡ ਚੋਂ ਆਉਣਾ। ਠੀਕ ਹੈ। ਇੱਕ ਨੈਕਸਟ ਜਾ ਕੇ ਅਸੀਂ ਅੱਗੇ ਜਾ ਕੇ ਲੌ ਕਰਾਂਗੇ ਚੈਪਟਰ ਥਰਮੋਡਾਇਨਾਮਿਕਸ ਵਗੈਰਾ, ਇੱਕ ਉਹਨਾਂ ਚੋਂ ਆਉਣਾ ਲੌਂਗ ਆਨਸਰ ਟਾਈਪ 7ਵੇਂ 8ਵੇਂ ਯੂਨਿਟ। ਇਹਨਾਂ ਦੇ ਵਿੱਚੋਂ ਇੱਕ ਕੁਐਸਚਨ ਇਹਨਾਂ ਦੇ ਵਿੱਚੋਂ ਔਰ ਹੁੰਦੀ ਹੈ, ਉਹਨਾਂ ਦੀ ਇੰਟਰਨਲ ਚੁਆਇਸ ਹੁੰਦੀ ਹੈ 1 ਤੇ 2 ਚ। ਇੱਕ ਕੁਐਸਚਨ ਤਾਂ ਇਹਨਾਂ ਚ ਪੱਕਾ ਆਉਂਦਾ ਤੇ ਇੱਕ ਕੁਐਸਚਨ ਆਉਂਦਾ ਪ੍ਰੋਜੈਕਟਾਈਲ ਚੋਂ। ਠੀਕ ਹੈ ਜੀ। ਇਸ ਤੋਂ ਬਾਅਦ ਹੁਣ ਅਸੀਂ ਕਰਾਂਗੇ ਵੈਕਟਰ ਪ੍ਰੋਡਕਟ। ਲਾਸਟ ਟਾਈਮ ਮਤਲਬ ਨੈਕਸਟ ਟਾਈਮ ਜਦੋਂ ਆਪਾਂ ਮਿਲਾਂਗੇ ਤਾਂ ਆਪਾਂ ਕੀ ਕਰਾਂਗੇ ਬੇਟੇ? ਵੈਕਟਰ ਪ੍ਰੋਡਕਟ। ਠੀਕ ਹੈ ਬੇਟੇ? ਕਲੀਅਰ ਹੈ? ਯੈਸ ਅੱਜ ਸਰ। ਆਪਾਂ ਇੰਨੇ ਕਰਾਂਗੇ ਬੇਟੇ। ਮੈਂ ਨਾ ਸਕੂਲ ਜਾਣਾ ਅੱਜ। ਠੀਕ ਹੈ, ਕਿਉਂਕਿ ਕੱਲ Okay, ਮੈਂ sir. +2 ਦਾ ਪ੍ਰੈਕਟੀਕਲ ਲਿਆ ਸੀਗਾ ਆਨਲਾਈਨ ਤੇ ਉਹਨਾਂ ਦੇ ਮੈਂ ਮਾਰਕਸ ਵਗੈਰਾ ਫਿਲ ਕਰਨੇ ਆ ਆਨਲਾਈਨ। ओके सर ਠੀਕ ਹੈ ਜੀ। ਚਲੋ ਠੀਕ ਹੈ ਬੇਟੇ। ਥੈਂਕ ਯੂ ਸਰ। ਠੀਕ ਹੈ, ਥੈਂਕ ਯੂ।